ਧੰਨ ਵਾਹਿਗੁਰੂ ਜੀਓ। ਕਬੀਰ ਜੀ ਗੌੜੀ ਕਿਆ ਜਪ ਕਿਆ ਤਪ ਕਿਆ ਬ੍ਰਤ ਪੂਜਾ, ਜਾ ਕੈ ਹਿਰਦੈ ਭਾਉ ਹੈ ਦੂਜਾ। ਰੇ ਜਨ ਮਨ ਮਾਧੋ ਸਿਉ ਲਾਈਐ, ਚਤੁਰਾਈ ਨਾ ਚਤੁਰ ਭੁਜ ਪਾਈਐ। ਰਹਾ ਪਰ ਹਰ ਲੋਭ ਅਰ ਲੋਕਾਚਾਰ, ਪਰ ਹਰ ਕਾਮ ਕ੍ਰੋਧ ਅਹੰਕਾਰ। ਕਰਮ ਕਰਤ ਬਧੀ ਅਹਮੇਵ, ਮਿਲ ਪਾਥਰ ਕੀ ਕਰਹੀ ਸੇਵ। ਕਹੋ ਕਬੀਰ ਭਗਤ ਕਰ ਪਾਇਆ, ਭੋਲੇ ਭਾਏ ਮਿਲੇ ਰਘੁਰਾਇਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰਯੋਗ ਗੁਰੂ ਸਵਾਰੀ ਸਾਧ ਸੰਗਤ ਜੀਓ, ਅਕਾਲ ਪੁਰਖ ਵਾਹਿਗੁਰੂ ਜੀ ਨੇ ਅਪਾਰ ਬਖਸ਼ਿਸ਼ ਕਿਰਪਾ ਕੀਤੀ ਹੈ। ਗਰੀਬ ਨਵਾਜ ਸਤਿਗੁਰੂ ਧੰਨ ਧੰਨ ਗੁਰੂ ਗ੍ਰੰਥ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਪਾਵਨ ਦਰਬਾਰ ਦੀਆਂ ਹਾਜ਼ਰੀਆਂ ਭਰਦਿਆਂ ਹੋਇਆਂ ਬੜੇ ਸਤਿਕਾਰ ਨਾਲ ਆਪ ਜੀ ਨੇ ਗੁਰੂ ਮਹਾਰਾਜ ਦੀ ਪਾਵਨ ਬਾਣੀ ਦੇ ਪਾਠ ਅਤੇ ਕੀਰਤਨ ਗੁਰੂ ਸਵਾਰਿਆਂ ਪਾਸੋਂ ਸਰਵਣ ਕੀਤੇ ਹਨ। ਜਿਸ ਪਾਵਨ ਸ਼ਬਦ ਦਾ ਆਪ ਜੀ ਨੇ ਹੁਣੇ ਹੀ ਦਾਸ ਪਾਸੋਂ ਪਾਠ ਸਰਵਣ ਕੀਤਾ ਹੈ, ਧੰਨ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਅੰਕ ਨੰਬਰ 324 ਉੱਪਰ ਇਹ ਪਾਵਨ ਸ਼ਬਦ ਸੁਭਾਇਮਾਨ ਹੈ। ਕਬੀਰ ਜੀ ਗੌੜੀ, ਗੌੜੀ ਰਾਗ ਵਿੱਚ ਕਬੀਰ ਜੀ ਮਹਾਰਾਜ ਦਾ ਉਚਾਰਨ ਕੀਤਾ ਹੋਇਆ ਪਾਵਨ ਸ਼ਬਦ। ਸਤਿਗੁਰੂ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਬਾਣੀ ਵਿੱਚ ਜਿਵੇਂ ਕੱਲ੍ਹ ਦੇ ਔਰ ਪਿਛਲੇ ਸ਼ਬਦ ਵਿੱਚ ਆਪਾਂ ਇਹ ਵਿਚਾਰ ਕਰਦਿਆਂ ਹੋਇਆਂ ਭਗਤ ਕਬੀਰ ਸਾਹਿਬ ਜੀ ਦੀ ਬਾਣੀ ਵਿੱਚ ਆਏ ਹੋਏ ਇਸ ਖਿਆਲ ਨੂੰ ਸਮਝਣ ਦਾ ਯਤਨ ਕੀਤਾ ਹੈ ਕਿ ਪਰਮੇਸ਼ਰ ਦੇ ਰਾਹ ਦੇ ਉੱਤੇ ਚੱਲਣਾ ਭਾਵ ਸਮਰਪਣ ਹੋਣਾ, ਅਕਾਲ ਪੁਰਖ ਵਾਹਿਗੁਰੂ ਦੇ ਗੁਣਾਂ ਨੂੰ, ਉਸ ਦੇ ਨਾਮ ਨੂੰ, ਉਸ ਦੇ ਹੁਕਮ ਨੂੰ ਪੂਰਨ ਰੂਪ ਵਿੱਚ ਸਮਰਪਿਤ ਹੋ ਕੇ ਉਸ ਪਰਮੇਸ਼ਰ ਦੀ ਹਸਤੀ ਨੂੰ ਕੁੱਲ ਮਖਲੂਕ ਵਿੱਚ, ਕੁਦਰਤ ਵਿੱਚ, ਆਪਣੇ ਆਪ ਵਿੱਚ ਵਸਿਆ ਹੋਇਆ ਮਹਿਸੂਸ ਕਰਨਾ, ਜਿਸ ਨਾਲ ਮਨੁੱਖ ਦੇ ਅੰਦਰੋਂ ਭਰਮ ਮਿਟਦਾ ਹੈ, ਅਗਿਆਨਤਾ ਮਿਟਦੀ ਹੈ, ਹੰਗਤਾ ਅਹੰਕਾਰ ਮਿਟਦਾ ਹੈ, ਸਾਨੂੰ ਆਪਣੇ ਸਵੈ ਸਰੂਪ ਦੀ ਸੋਝੀ ਪ੍ਰਾਪਤ ਹੁੰਦੀ ਹੈ। ਭਗਤੀ ਮਾਰਗ ਦਾ ਇਹੀ ਸਭ ਤੋਂ ਉੱਤਮ ਨੁਕਤਾ ਹੈ ਜੋ ਉਹਨਾਂ ਦੀ ਮੁਬਾਰਕ ਬਾਣੀ ਵਿੱਚ ਸਾਨੂੰ ਪੜ੍ਹਨ ਵਾਸਤੇ ਪ੍ਰਾਪਤ ਹੁੰਦਾ ਹੈ।
ਇਸ ਤੋਂ ਇਲਾਵਾ ਜਿਹੜਾ ਕਰਮਕਾਂਡੀ ਮਾਰਗ ਹੈ ਕਿ ਗਿਣ ਮਿਥ ਕੇ ਇਸ ਵਿਧੀ ਨਾਲ ਜਾਂ ਇਸ ਭਾਵ ਨਾਲ ਕਰਮ ਕਰਨੇ ਕਿ ਅਜਿਹੇ ਕਰਮ ਸਾਨੂੰ ਉਸ ਪਰਮੇਸ਼ਰ ਵਾਹਿਗੁਰੂ ਦਾ ਮਿਲਾਪ ਕਰਵਾ ਦੇਣਗੇ। ਅਜਿਹੇ ਕਰਮਕਾਂਡੀ ਵਿਧੀ ਵਿਧਾਨ ਦੀ ਗੁਰਬਾਣੀ ਨੇ, ਭਗਤ ਸਾਹਿਬਾਨਾਂ ਨੇ ਆਪਣੀ ਬਾਣੀ ਵਿੱਚ ਖੰਡਨ ਕੀਤਾ ਹੈ, ਇਹਨਾਂ ਨੂੰ ਰਿਜੈਕਟ ਕੀਤਾ ਹੈ। ਉਸ ਦਾ ਭਾਵ ਵੀ ਭਗਤ ਕਬੀਰ ਸਾਹਿਬ ਜੀ ਨੇ ਪਾਵਨ ਸ਼ਬਦ ਵਿੱਚ ਦੱਸਿਆ ਹੈ। ਫਿਰ ਕਿਹੜਾ ਤਰੀਕਾ ਹੈ, ਕਿਹੜੀ ਜੁਗਤ ਹੈ? ਉਹਨਾਂ ਨੇ ਲਿਖਿਆ ਹੈ, ਰੇ ਜਨ ਮਨ ਮਾਧੋ ਸਿਉ ਲਾਈਐ। ਹੇ ਭਾਈ, ਹੇ ਸਤ ਸੰਗੀ ਜਨੋ, ਹੇ ਮਨੁੱਖ, ਆਪਣੇ ਮਨ ਨੂੰ ਮਾਇਆ ਦੇ ਪਤੀ ਭਾਵ ਕੁਦਰਤ ਪ੍ਰਕਿਰਤੀ ਦੇ ਸਿਰਜਣਹਾਰ ਪਰਮੇਸ਼ਰ ਦੇ ਨਾਮ ਨਾਲ ਜੋੜੀਏ। ਬਾਣੀ ਵਿੱਚ ਜਦੋਂ ਵੀ ਮਨ ਨੂੰ ਪਰਮੇਸ਼ਰ ਨਾਲ ਜੋੜਨ ਦੀ ਗੱਲ ਆਉਂਦੀ ਹੈ ਤਾਂ ਇਸ ਦਾ ਮਤਲਬ ਹੈ ਆਪਣੀ ਖਿਆਲ, ਆਪਣੀ ਵਿਚਾਰ ਸੱਤਾ ਨੂੰ, ਕਿਉਂਕਿ ਮਨ ਕੀ ਹੈ? ਖਿਆਲਾਂ ਦਾ ਘਰ ਹੈ। ਸਾਰੀ ਬੋਡੀ ਦੇ ਅੰਦਰੂਨੀ ਤੇ ਬਹਿਰੂਨੀ, ਸਾਰੇ ਸਰੀਰ ਦੇ ਜਿੰਨੇ ਵੀ ਅੰਗ ਹਨ, ਮਨ ਕੋਈ ਇਸ ਤਰ੍ਹਾਂ ਦਾ ਅੰਗ ਨਹੀਂ ਹੈ ਜਿਸ ਨੂੰ ਸਕੈਨ ਕੀਤਾ ਜਾ ਸਕੇ, ਜਿਸ ਨੂੰ ਇਹ ਦੱਸਿਆ ਜਾ ਸਕੇ ਵੀ ਸਰੀਰ ਦੇ ਅੰਦਰ ਮਨ ਜਿਹੜਾ ਹੈ ਉਹ ਇਸ ਰੂਪ ਵਿੱਚ ਹੁੰਦਾ ਹੈ। ਅੱਜ ਕੱਲ੍ਹ ਮੈਡੀਕਲ ਸਾਇੰਸ ਨੇ ਬੜੀ ਤਰੱਕੀ ਕੀਤੀ ਹੈ, ਡਾਕਟਰੀ ਲਾਈਨ ਨੇ। ਸਾਡੇ ਸਰੀਰ ਅੰਦਰ ਦੇ ਬਾਹਰ ਦੇ ਸਾਰੇ ਅੰਗਾਂ ਦੀ ਖੋਜ ਪੜਤਾਲ ਬਾਖੂਬੀ ਉਹਨਾਂ ਨੇ ਕੀਤੀ ਹੈ। ਪਰ ਇਸ ਤਨ ਦੇ ਅੰਦਰ ਮਨ ਕਿਸ ਰੂਪ ਵਿੱਚ ਹੈ, ਇਸ ਨੂੰ ਕੋਈ ਮਸ਼ੀਨ ਜਿਹੜੀ ਹੈ ਉਹ ਸਕੈਨ ਨਹੀਂ ਕਰ ਸਕਦੀ, ਕਿਉਂਕਿ ਮਨ ਕੋਈ ਇਹੋ ਜਿਹਾ ਦਿਸਦਾ ਹਿੱਸਾ ਨਹੀਂ ਹੈ, ਅੰਗ ਨਹੀਂ ਹੈ ਜਿਹੜਾ ਸਰੀਰ ਦੇ ਅੰਦਰ ਕਿਤੇ ਬੈਠਾ ਹੋਵੇ, ਕਿਤੇ ਲੱਗਾ ਹੋਵੇ। ਮਨ ਸਾਡੇ ਅੰਦਰ ਜਿਹੜੇ ਫੁਰਨੇ ਉੱਠਦੇ ਹਨ, ਸੰਕਲਪ ਵਿਕਲਪ ਉੱਠਦੇ ਹਨ, ਖਿਆਲਾਂ ਦੇ ਉਸ ਜਮ ਘਟੇ ਨੂੰ, ਫੁਰਨਿਆਂ ਦੇ ਉਸ ਘਰ ਨੂੰ, ਸੰਗ੍ਰਹਿ ਨੂੰ ਮਨ ਕਿਹਾ ਜਾਂਦਾ ਹੈ। ਹੁਣ ਜੇ ਫੁਰਨੇ ਜਾਂ ਸਾਡੇ ਅੰਦਰ ਉੱਠਦੇ ਸੰਕਲਪ ਵਿਕਲਪ ਹੀ ਮਨ ਹੈ, ਤੇ ਫਿਰ ਸਵਾਲ ਪੈਦਾ ਹੁੰਦਾ ਵੀ ਇਹਨੂੰ ਕਿਵੇਂ ਤਬਦੀਲ ਕੀਤਾ ਜਾਏ, ਇਹਨੂੰ ਕਿਵੇਂ ਬਦਲਿਆ ਜਾਏ, ਇਹਨੂੰ ਪਰਮੇਸ਼ਰ ਨਾਲ ਕਿਵੇਂ ਜੋੜਿਆ ਜਾਏ। ਹੁਣ ਜ਼ਰਾ ਗੌਰ ਕਰੀਏ, ਆਪਾਂ ਕਿਸੇ ਨੂੰ ਬਾਹਰੀ ਤੌਰ ਦੇ ਉੱਤੇ ਕੋਈ ਮਨੁੱਖ ਕਿਸੇ ਪਾਸੇ ਵੇਖ ਰਿਹਾ ਤੇ ਆਪਾਂ ਉਹਨੂੰ ਇਹ ਸਲਾਹ ਦੇ ਸਕਦੇ ਹਾਂ ਜਾਂ ਇਹ ਤਾੜਨਾ ਕਰ ਸਕਦੇ ਹਾਂ ਜਾਂ ਇਹ ਪ੍ਰੇਰਣਾ ਕਰ ਸਕਦੇ ਵੀ ਇੱਧਰ ਵੇਖੋ, ਤੇ ਅਗਲਾ ਆਪਣੀਆਂ ਅੱਖਾਂ ਉੱਧਰ ਨੂੰ ਕਰ ਲਏਗਾ ਜਿੱਧਰ ਆਪਾਂ ਕਵਾਂਗੇ। ਕਿਸੇ ਨੂੰ ਆਪਾਂ ਕੁਝ ਲਿਖ ਕੇ ਦੇ ਦਈਏ ਜਾਂ ਦੱਸੀਏ ਵੀ ਆਹ ਬੋਲੋ, ਤੇ ਉਹ ਆਪਣੀ ਜ਼ਬਾਨ ਨਾਲ ਉਹ ਬੋਲਣਾ ਸ਼ੁਰੂ ਕਰ ਦੇਵੇ। ਜੇ ਸਾਡੀ ਗੱਲ ਮੰਨ ਲਵੇ ਤਾਂ ਉਹਨੂੰ ਅਸੀਂ ਕਹੀਏ ਆਪਣੇ ਹੱਥਾਂ ਨਾਲ ਆਹ ਕੰਮ ਕਰ ਦਿਓ, ਤੇ ਜੇ ਉਹ ਸਾਡੀ ਗੱਲ ਪ੍ਰਵਾਨ ਕਰੇ ਤੇ ਉਹ ਕਰਨ ਲੱਗ ਪਏਗਾ। ਇੱਧਰ ਨੂੰ ਤੁਰਨ ਲੱਗ ਪਏਗਾ। ਆਹ ਗੱਲ ਸੁਣੋ, ਉਹਦੇ ਕੰਨਾਂ 'ਚ ਆਪਾਂ ਗੱਲ ਪਾਵਾਂਗੇ, ਸੁਣਨ ਲੱਗ ਪਏਗਾ। ਸਰੀਰ ਦੇ ਇਹ ਅੰਗ ਜਿਹੜੇ ਹਨ, ਜਿਨ੍ਹਾਂ ਨੂੰ ਆਪਾਂ ਗਿਆਨ ਇੰਦਰੀ ਕਹਿੰਦੇ ਹਾਂ, ਉਹ ਉਵੇਂ ਕਰਨ ਲੱਗ ਜਾਣਗੇ ਜੇ ਅਗਲਾ ਸਾਡੀ ਗੱਲ ਨੂੰ ਮੰਨ ਲਵੇ ਜਿਸ ਤਰ੍ਹਾਂ ਅਸੀਂ ਉਹਨੂੰ ਕਹੀਏ। ਪਰ ਇਹਦੇ ਵਿੱਚ ਵੀ ਇੱਕ ਮਨ ਦੀ ਇਨਵੋਲਵਮੈਂਟ ਜਿਹੜੀ ਹੈ, ਮਨ ਦੀ ਸ਼ਮੂਲੀਅਤ ਜਿਹੜੀ ਹੈ, ਉਹ ਕਿਸ ਰੂਪ ਵਿੱਚ ਹੁੰਦੀ ਹੈ? ਹੋ ਸਕਦਾ ਹੈ ਅਗਲਾ ਅੱਖ ਸਾਡੇ ਵੱਲ ਕਰਕੇ ਵੇਖਣ ਲੱਗ ਪਵੇ ਸਾਡੇ ਕਹੇ ਦੇ ਉੱਤੇ, ਪਰ ਹੋ ਸਕਦਾ ਉਹਦਾ ਦ੍ਰਿਸ਼ਟੀਕੋਣ, ਉਹਦਾ ਵੇਖਣ ਦਾ ਢੰਗ ਉਹੋ ਜਿਹਾ ਨਾ ਬਣੇ ਜਿਹੋ ਜਿਹਾ ਆਪਾਂ ਚਾਹੁੰਦੇ ਹਾਂ, ਕਿਉਂਕਿ ਉਹ ਮਨ ਨੇ ਤੈਅ ਕਰਨਾ। ਉਹ ਅੱਖਾਂ ਤੇ ਸਾਡੇ ਵੱਲ ਕਰ ਲਏਗਾ, ਪਰ ਉਹਦੇ ਵੇਖਣ ਦਾ ਢੰਗ ਜਿਹੜਾ ਉਹਦੇ ਮਨ ਨੇ ਤੈਅ ਕਰਨਾ ਵੀ ਕਿਵੇਂ ਵੇਖਣਾ ਹੈ। ਉਹ ਮਨੁੱਖ ਸਾਡੇ ਕਹੇ ਦੇ ਉੱਤੇ ਕੰਨ ਸਾਡੇ ਨੇੜੇ ਕਰਕੇ ਸਾਡੀ ਆਵਾਜ਼ ਉਹਦੇ ਕੰਨਾਂ ਤੱਕ ਪਹੁੰਚਦੀ ਹੋ ਜਾਏਗੀ, ਇੰਨਾ ਉਹ ਕਰ ਸਕਦਾ ਹੈ ਸਾਡੇ ਆਖੇ ਦੇ ਉੱਤੇ। ਪਰ ਉਹਨੇ ਉਸ ਗੱਲ ਨੂੰ ਧਿਆਨ ਨਾਲ ਸੁਣਨਾ ਹੈ ਕਿ ਵੈਸੇ ਹੀ ਉਹਨੇ ਕੰਨ ਸਾਡੇ ਵੱਲ ਕਰਕੇ ਸਾਡਾ ਮੂੰਹ ਰੱਖਣਾ ਹੈ। ਉਹ ਜਿਹੜਾ ਧਿਆਨ ਨਾਲ ਸੁਣਨ ਦੀ ਖੇਡ ਹੈ ਉਹ ਸਾਰੀ ਮਨ ਦੀ ਹੈ। ਉਹ ਆਪਣੇ ਹੱਥਾਂ ਨਾਲ ਕੰਮ ਤੇ ਕਰਨ ਲੱਗ ਪਏਗਾ, ਉਹਨੇ ਖੁਸ਼ ਹੋ ਕੇ ਕਰਨਾ ਹੈ ਕਿ ਮਜਬੂਰੀ ਵਿੱਚ ਕਰਨਾ ਹੈ।
ਅਣਮੰਨੇ ਮਨ ਨਾਲ ਕਰਨਾ ਹੈ ਕਿ ਮਨ ਨੂੰ ਚੰਗੀ ਤਰ੍ਹਾਂ ਉਹਦੇ ਨਾਲ ਜੋੜ ਕੇ ਚਿੱਤ ਲਾ ਕੇ ਕਰਨਾ ਹੈ, ਇਹ ਵਿਸ਼ਾ ਮਨ ਦਾ ਹੈ, ਇਹ ਤਨ ਦਾ ਵਿਸ਼ਾ ਨਹੀਂ ਹੈ। ਜਿਵੇਂ ਆਪਾਂ ਉਹ ਸਾਖੀ ਪੜ੍ਹਦੇ ਹਾਂ ਨਾ ਸਾਹਿਬ ਸਤਿਗੁਰੂ ਧੰਨ ਗੁਰੂ ਨਾਨਕ ਮਹਾਰਾਜ ਜੀ ਦੀ, ਵੀ ਸੁਲਤਾਨਪੁਰ ਦੀ ਮਸਜਿਦ ਦੇ ਵਿੱਚ ਜਦੋਂ ਮਹਾਰਾਜ ਨੂੰ ਇਹ ਸੱਦਾ ਮਿਲਦਾ ਵੀ ਜੇ ਤੁਸੀਂ ਕਹਿੰਦੇ ਹੋ ਵੀ ਹਿੰਦੂ ਮੁਸਲਮਾਨ ਸਾਰੇ ਇੱਕ ਹੀ ਨੇ, ਮਹਾਰਾਜ ਦਾ ਤੇ ਕਹਿਣ ਦਾ ਇੱਕ ਹੀ ਨੇ ਭਾਵ, ਨਾ ਕੋ ਹਿੰਦੂ ਨਾ ਮੁਸਲਮਾਨ। ਇਹਦਾ ਭਾਵ ਇਹ ਸੀ ਵੀ ਜੋ ਮਜ਼ਹਬਾਂ ਦੇ ਲੜਾਈ ਸੰਸਾਰ ਵਿੱਚ ਲੋਕ ਲੜਦੇ ਨਾ, ਮੇਰਾ ਮਜ਼ਹਬ ਉੱਚਾ, ਦੂਜਾ ਕਹਿੰਦਾ ਮੇਰਾ ਮਜ਼ਹਬ ਉੱਚਾ, ਉਹ ਉਹਦੇ ਮਜ਼ਹਬ ਨੂੰ ਭੰਡ ਕੇ ਆਪਣੇ ਨੂੰ ਚੰਗਾ ਦੱਸਦਾ ਤੇ ਉਹਦੇ ਮਜ਼ਹਬ ਨੂੰ ਭੰਡ ਕੇ ਆਪਣੇ ਨੂੰ ਚੰਗਾ ਦੱਸਦਾ। ਇੱਕ ਤੇ ਤਰੀਕਾ ਇਹ ਹੁੰਦਾ ਕਿ ਤੁਸੀਂ ਚੰਗੇ ਢੰਗ ਨਾਲ ਜੀਵੋ, ਤੁਹਾਡੇ ਉੱਤਮ ਜੀਵਨ ਵੱਲ ਵੇਖ ਕੇ ਕੋਈ ਆਖੇਗਾ ਜੀ ਤੁਸੀਂ ਕਿਹੜੀ ਗੱਲ ਨੂੰ ਮੰਨਿਆ, ਕਿਹਨੂੰ ਫੋਲੋ ਕੀਤਾ, ਅਸੀਂ ਵੀ ਉਹਨੂੰ ਆਪਣੇ ਜੀਵਨ 'ਚ ਧਾਰਨ ਕਰਨਾ ਚਾਹੁੰਦੇ ਹਾਂ, ਇੰਨਾ ਚੰਗਾ ਤੁਹਾਡਾ ਮਜ਼ਹਬ ਹੈ, ਇੰਨੀ ਚੰਗੀ ਤੁਹਾਡੀ ਵਿਚਾਰਧਾਰਾ ਹੈ। ਇੱਕ ਤਾਂ ਇਹ ਹੁੰਦਾ ਹੈ। ਦੂਜਾ, ਕਿਸੇ ਨੂੰ ਦੱਸੋ ਵੀ ਮੇਰੇ ਮਜ਼ਹਬ 'ਚ ਚੰਗਿਆਈ ਹੈ, ਪਰ ਇੱਕ ਜ਼ੋਰ ਲੱਗਿਆ ਹੋਣਾ ਵੀ ਪਹਿਲਾਂ ਦੂਜੇ ਨੂੰ ਭੰਡ ਲਓ, ਆਪਣੀ ਵਡਿਆਈ ਬਾਅਦ 'ਚ ਦੱਸਾਂਗੇ। ਪਹਿਲਾਂ ਦੂਜੇ ਮਜ਼ਹਬ ਨੂੰ ਨਕਾਰ ਲਓ, ਆਪਣੇ ਨੂੰ ਜੀਣਾ ਨਹੀਂ ਤੇ ਦੂਜੇ ਨੂੰ ਭੰਡਣੋਂ ਹਟਣਾ ਨਹੀਂ। ਇੱਕ ਇਹ ਇਸ ਤਰ੍ਹਾਂ ਦਾ ਜੀਵਨ ਵੀ ਹੁੰਦਾ ਕਿ ਆਪਣੇ ਨੂੰ ਜੀਣਾ ਨਹੀਂ, ਆਪਣੇ ਦੀ ਵਡਿਆਈ ਦੱਸਣੀ ਨਹੀਂ, ਆਪਣੇ ਦੀ ਚੰਗਿਆਈ ਦੀ ਗੱਲ ਕਰਨੀ ਨਹੀਂ ਤੇ ਦੂਜੇ ਨੂੰ ਭੰਡਣੋਂ ਹਟਣਾ ਨਹੀਂ। ਉਹ ਵਿੱਚ ਵਿਚਾਲੇ ਦੀ ਜਿਹੜੀ ਅਵਸਥਾ ਵਾਲਾ ਮਨੁੱਖ ਹੈ ਕਿ ਆਪਣਾ ਨਾ ਉਹ ਜੀਂਦਾ ਨਾ ਸਲਾਉਂਦਾ ਤੇ ਨਾ ਉਹਦੀ ਕੋਈ ਵਡਿਆਈ ਦੱਸਦਾ, ਤੇ ਦੂਜੇ ਨੂੰ ਹੀ ਹਮੇਸ਼ਾ ਨਿੰਦ ਕੇ, ਦੂਜੇ ਨੂੰ ਹੀ ਹਮੇਸ਼ਾ ਗਲਤ ਸਾਬਤ ਕਰਕੇ ਉਹ ਆਪਣੇ ਆਪ ਨੂੰ ਸਿਆਣਾ ਦੱਸਣ ਦੀ ਜਦੋਂ ਕੋਸ਼ਿਸ਼ ਕਰਨ ਲੱਗ ਪਵੇ ਤਾਂ ਇਹ ਬੜੀ ਖਤਰਨਾਕ ਮਾਨਸਿਕ ਬਿਮਾਰੀ ਹੋ ਨਿਬੜਦਾ ਹੈ। ਗੁਰੂ ਨਾਨਕ ਸਾਹਿਬ ਮਹਾਰਾਜ ਵੇਲੇ ਸਾਰਾ ਕੁਝ ਧਾਰਮਿਕ ਆਗੂਆਂ ਦੇ ਵਿਚਕਾਰ ਚੱਲ ਰਿਹਾ ਸੀ, ਉਹਨੂੰ ਮਾੜਾ ਕਹਿ ਰਿਹਾ, ਉਹਨੂੰ ਮਾੜਾ ਕਹਿ ਰਿਹਾ। ਪਰ ਵੱਡੀ ਗੱਲ ਇਹ ਵੀ ਚਲੋ ਮਜ਼ਹਬ ਵੱਖਰੇ ਨੇ, ਉਹ ਗੱਲ ਵੀ ਵੱਖਰੀ ਹੈ, ਪਰ ਮਜ਼ਹਬ ਦਾ ਵਖਰੇਵਾਂ ਹੋਣ ਕਰਕੇ ਇੱਕ ਦੂਜੇ ਨੂੰ ਨਫ਼ਰਤ ਦੀ ਨਜ਼ਰ ਨਾਲ ਵੇਖਣਾ ਤੇ ਇੱਕ ਦੂਜੇ ਨੂੰ ਦਬਾਉਣ ਦੀ ਕੋਸ਼ਿਸ਼ ਕਰਨਾ ਕਿ ਇਹ ਬੰਦਾ ਦਿਸੇ ਹੀ ਨਾ ਕਿਉਂਕਿ ਇਹਦਾ ਮਜ਼ਹਬ ਦੂਜਾ ਹੈ, ਇਸ ਮਨੁੱਖ ਨੂੰ ਜੀਣ ਦਾ ਉਵੇਂ ਹੱਕ ਹੀ ਨਹੀਂ ਕਿਉਂਕਿ ਇਹਦਾ ਮਜ਼ਹਬ ਦੂਜਾ ਹੈ। ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਇਸ ਭਾਵ ਵਿੱਚ ਕਹਿੰਦੇ ਸਨ, ਨਾ ਕੋਈ ਹਿੰਦੂ ਨਾ ਮੁਸਲਮਾਨ, ਭਾਈ ਸਭ ਤੋਂ ਪਹਿਲਾਂ ਅਸੀਂ ਰੱਬ ਦੇ ਬੰਦੇ, ਉਹਦੀ ਦ੍ਰਿਸ਼ਟੀ ਵਿੱਚ ਨਾ ਕੋਈ ਹਿੰਦੂ ਹੈ ਨਾ ਕੋਈ ਮੁਸਲਮਾਨ ਹੈ, ਉਹਦੀ ਦ੍ਰਿਸ਼ਟੀ ਵਿੱਚ ਅਸੀਂ ਸਾਰੇ ਉਹਦੇ ਪੈਦਾ ਕੀਤੇ ਹੋਏ ਇਨਸਾਨ ਹਾਂ। ਜੇ ਅਸੀਂ ਆਪਣੇ ਆਪ ਨੂੰ ਉਸ ਪਰਮੇਸ਼ਰ ਵਾਹਿਗੁਰੂ ਦੇ ਪੈਦਾ ਕੀਤੇ ਹੋਏ ਇਨਸਾਨ ਸਮਝੀਏ ਤਾਂ ਫਿਰ ਮਜ਼ਹਬ ਵੱਖਰੇ ਹੋਣ ਕਰਕੇ, ਰੀਤਾਂ ਵੱਖਰੀਆਂ ਹੋਣ ਕਰਕੇ ਅਸੀਂ ਇੱਕ ਦੂਜੇ ਨੂੰ ਨਫ਼ਰਤ ਨਹੀਂ ਕਰਾਂਗੇ। ਵੀ ਠੀਕ ਹੈ ਵੀ ਤੁਸੀਂ ਕਿਸੇ ਦੇ ਮੁਤਾਬਕ ਚੱਲਣਾ ਹੈ ਚੱਲੋ, ਨਹੀਂ ਚੱਲਣਾ ਹੈ ਨਾ ਚੱਲੋ, ਉਹ ਹਰ ਮਨੁੱਖ ਦੀ ਆਪਣੀ ਮਰਜ਼ੀ ਹੈ ਕਿ ਉਹਨੇ ਕਿਹੜੇ ਢੰਗ ਨਾਲ ਜੀਣਾ। ਪਰ ਤੁਸੀਂ ਦੂਜੇ ਨੂੰ ਨਫ਼ਰਤ ਕਰਕੇ ਉਹਦੇ ਵਿੱਚੋਂ ਜੇ ਧਰਮ ਲੱਭਣ ਦੀ ਕੋਸ਼ਿਸ਼ ਕਰਦੇ ਹੋ, ਜੇ ਉਹਦੇ ਵਿੱਚੋਂ ਰੱਬ ਦੀ ਖੁਸ਼ੀ ਲੱਭਣ ਦੀ ਕੋਸ਼ਿਸ਼ ਕਰਦੇ ਹੋ, ਮੈਂ ਦੂਜੇ ਨੂੰ ਨਫ਼ਰਤ ਕਰਾਂ, ਭੇਦਭਾਵ ਕਰਾਂ, ਫਿਰ ਮੇਰਾ ਅੱਲਾ ਮੇਰਾ ਰੱਬ ਮੇਰੇ ਤੇ ਬੜਾ ਖੁਸ਼ ਹੋਏਗਾ, ਇਹ ਗੱਲ ਝੂਠੀ ਹੈ। ਨਫ਼ਰਤ ਵਿੱਚ ਰੱਬ ਨਹੀਂ, ਭੇਦਭਾਵ ਵਿੱਚ, ਦਵੈਸ਼ ਵਿੱਚ ਧਰਮ ਨਹੀਂ। ਧਰਮ ਤੇ ਉਦੋਂ ਹੀ ਖਤਮ ਹੋ ਜਾਂਦਾ। ਤਾਂ ਸਤਿਗੁਰੂ ਨੇ ਇਸ ਕਰਕੇ ਕਿਹਾ ਨਾ ਕੋਈ ਹਿੰਦੂ ਨਾ ਮੁਸਲਮਾਨ। ਤਾਂ ਕਾਜ਼ੀ ਸਾਹਿਬ ਨੇ ਉਹਨਾਂ ਨੂੰ ਸੁਨੇਹਾ ਭੇਜਿਆ ਵੀ ਜੇ ਇਸ ਤਰ੍ਹਾਂ ਦੀ ਗੱਲ ਹੈ ਤੇ ਜੁਮੇ ਦੀ ਕੱਲ ਨਮਾਜ਼ ਹੈ ਸ਼ੁੱਕਰਵਾਰ ਦੀ, ਜਿਹਨੂੰ ਜਮਾਤੀ ਨਮਾਜ਼ ਕਹਿੰਦੇ ਨੇ, ਤਾਂ ਨਵਾਬ ਸਾਹਿਬ ਵੀ ਆਉਣਗੇ ਜੁਮੇ ਦੀ ਨਮਾਜ਼ ਅਦਾ ਕਰਨ, ਉਹ ਵੀ ਆਉਂਦੇ ਨੇ ਹਰ ਸ਼ੁੱਕਰਵਾਰ, ਤੁਸੀਂ ਵੀ ਆਉਣਾ ਸਾਡੇ ਨਾਲ ਨਮਾਜ਼ ਅਦਾ ਕਰੋ। ਜੇ ਤੁਹਾਡੇ ਅੰਦਰ ਕੋਈ ਭਰਮ ਭੇਦ ਨਹੀਂ ਸਾਡੇ ਪ੍ਰਤੀ, ਮਹਾਰਾਜ ਨੇ ਆਖਿਆ ਜ਼ਰੂਰ ਆਵਾਂਗੇ। ਹੁਣ ਸਤਿਗੁਰੂ ਸੱਚੇ ਪਾਤਸ਼ਾਹ ਨੇ ਉੱਥੇ ਜੋ ਸੁਨੇਹਾ ਦਿੱਤਾ, ਮੂਲ ਰੂਪ ਵਿੱਚ ਗੱਲ ਕਰੀਏ ਤੇ ਜਦੋਂ ਸਤਿਗੁਰੂ ਇਹ ਕਹਿੰਦੇ ਨੇ ਨਵਾਬ ਸਾਹਿਬ ਤੁਹਾਡਾ ਮਨ ਕਿੱਥੇ ਹੈ, ਕਾਜ਼ੀ ਸਾਹਿਬ ਤੁਹਾਡਾ ਮਨ ਕਿੱਥੇ ਹੈ, ਕੀ ਤੁਸੀਂ ਨਮਾਜ਼ ਵਿੱਚ ਹਾਜ਼ਰ ਸੀ, ਮੈਨੂੰ ਤੁਸੀਂ ਕਹਿੰਦੇ ਹੋ ਮੈਂ ਨਮਾਜ਼ ਨਹੀਂ ਪੜ੍ਹੀ। ਹੁਣ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜਿਹੜੀ ਨਮਾਜ਼ ਦੱਸਦੇ ਨੇ ਉਹ ਤਾਂ ਆਪਣੇ ਆਪ ਨੂੰ ਸਾਧਨ ਦਾ ਮਾਰਗ ਹੈ, ਉਹ ਕੋਈ ਕਰਮਕਾਂਡ ਨਹੀਂ ਹੈ। ਮਹਿਜ਼ ਇੱਕ ਪ੍ਰੋਟੋਕਾਲ ਬਾਹਰ ਦਾ ਪੂਰਾ ਕਰ ਲਿਆ ਤੇ ਨਮਾਜ਼ੀ ਹੋ ਗਏ।
ਅੱਲਾ ਵਾਲੇ ਹੋ ਗਏ, ਰੱਬ ਵਾਲੇ ਹੋ ਗਏ। ਇਹਨੂੰ ਤਾਂ ਅਭਿਆਸ ਕਿਹਾ ਜਾ ਸਕਦਾ ਸੀ। ਮਜ਼ਹਬ ਜਿਹੜਾ ਅਭਿਆਸ ਸਿਖਾਉਂਦਾ ਹੈ ਆਪਣੇ ਤਰੀਕੇ ਦਾ, ਮਜ਼ਹਬ ਜਿਹੜੀ ਪ੍ਰੈਕਟਿਸ ਕਰਾਉਂਦਾ ਹੈ ਆਪਣੇ ਤਰੀਕੇ ਦੀ, ਤਾਂ ਉਹਦਾ ਭਾਗ ਹੈ ਕਿ ਜ਼ਰੂਰੀ ਥੋੜ੍ਹਾ ਹਰ ਨਮਾਜ਼ ਪੜ੍ਹਨ ਵਾਲਾ ਬੰਦਾ ਅੱਲਾ ਦੇ ਨੇੜੇ ਹੋਵੇ। ਜੇ ਉਹਨੇ ਅੰਦਰੋਂ ਸਫ਼ਰ ਨਹੀਂ ਕੀਤਾ, ਮਨ ਨਹੀਂ ਸਾਧਿਆ, ਤੇ ਉਹਦਾ ਕੀਤਾ ਹੋਇਆ ਬਾਹਰੀ ਕਰਮ ਹੋ ਸਕਦਾ ਹੈ ਉਹਦੇ ਲਈ ਹੰਕਾਰ ਦਾ ਸਬੱਬ ਤਾਂ ਬਣ ਜਾਏ, ਪਰ ਉਹਦੇ ਜੀਵਨ ਨੂੰ ਉੱਚਿਆ ਨਾ ਕਰ ਸਕੇ। ਜੇ ਉਹਨੇ ਉਸ ਕੀਤੇ ਹੋਏ ਕਰਮ ਨਾਲ ਮਨ ਨੂੰ ਜੀਵਨ ਨੂੰ ਕੋਈ ਫਰਕ ਨਹੀਂ ਪਿਆ, ਤੇ ਉਹ ਮਹਿਜ਼ ਕਰਮ ਕਾਂਡ ਹੀ ਹੈ ਨਾ। ਤੋ ਸਤਿਗੁਰੂ ਸੱਚੇ ਪਾਤਸ਼ਾਹ ਜਦੋਂ ਉੱਥੇ ਇਹ ਗੱਲ ਕਹਿੰਦੇ, ਤਾਂ ਮਹਾਰਾਜ ਗੁਰੂ ਸਾਹਿਬ ਜੀ ਦੀ ਜਿਹੜੀ ਨਮਾਜ਼ ਹੈ, ਜਿਹੜੀ ਨਮਾਜ਼ ਦਾ ਢੰਗ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਦੱਸਦੇ ਨੇ, ਉਹ ਹੈ ਆਪਣੇ ਆਪ ਨੂੰ ਵਾਹਿਗੁਰੂ ਦੇ ਸਮਰਪਿਤ ਕਰਨਾ, ਮਨ ਦੇ ਫੁਰਨਿਆਂ ਦਾ, ਸੰਕਲਪਾਂ ਦਾ ਸ਼ੁੱਧੀਕਰਨ ਕਰਨਾ, ਅੰਦਰ ਦੇ ਖਿਆਲਾਂ ਦੀ ਮਲੀਨਤਾ ਨੂੰ ਦੂਰ ਕਰਨਾ, ਅੰਦਰ ਦੀ ਮੈਲ ਕੱਢਣੀ। ਜੇ ਮੈਲ ਨਹੀਂ ਧੁੱਪ ਰਹੀ ਤੇ ਸਮਝੋ ਨਮਾਜ਼ ਕੋਈ ਅਸਰ ਨਹੀਂ ਕਰ ਰਹੀ, ਸਤ ਸੰਗ ਕੋਈ ਅਸਰ ਨਹੀਂ ਕਰ ਰਿਹਾ, ਜਾਂ ਅਸੀਂ ਉਹਦਾ ਅਸਰ ਗ੍ਰਹਿਣ ਨਹੀਂ ਕਰ ਰਹੇ, ਇਹਦਾ ਭਾਵ ਹੈ। ਤੋ ਸਾਹਿਬ ਸਤਿਗੁਰੂ ਭਗਤ ਕਬੀਰ ਜੀ ਮਹਾਰਾਜ ਜਦੋਂ ਇਹ ਗੱਲ ਕਹਿੰਦੇ ਨੇ, ਰੇ ਜਨ ਮਨ ਮਾਧੋ ਸਿਉ ਲਾਈਏ, ਤਾਂ ਉਹਦਾ ਮਤਲਬ ਹੈ ਮਨ ਅੰਦਰ ਦੀ ਵਿਚਾਰਾਂ ਦੀ ਜਿਹੜੀ ਮੈਲ ਹੈ, ਭੈੜੇ ਖਿਆਲ ਨੇ ਜਿਹੜੇ, ਮਾੜੇ ਫੁਰਨੇ ਨੇ ਜਿਹੜੇ, ਉਹਨਾਂ ਨੂੰ ਸਵਾਰਨ ਦਾ ਯਤਨ ਕਰਨਾ। ਆਪਣੇ ਸੰਕਲਪ ਵਿਕਲਪ, ਆਪਣੇ ਫੁਰਨਿਆਂ ਦੀ ਜਿਹੜੀ ਉਲਝਣ ਹੈ, ਜਿਹੜੀ ਉਹਦੇ ਵਿੱਚ ਮਲੀਨਤਾ ਹੈ, ਉਸ ਨੂੰ ਕੱਢਣ ਦੀ ਕੋਸ਼ਿਸ਼ ਕਰਨੀ। ਉਹ ਫੁਰਨਿਆਂ ਦੇ ਵਿੱਚ ਅਹਿਸਾਸ ਹੋਣਾ ਵੀ ਵਾਹਿਗੁਰੂ ਆਪ ਪਰਮੇਸ਼ਰ ਹਰ ਜਗ੍ਹਾ ਤੇ ਵਸ ਰਿਹਾ ਹੈ, ਸਭ ਉਹਦੇ ਬੰਦੇ ਹਨ, ਕੋਈ ਭੇਦ ਨਹੀਂ, ਕੋਈ ਭਰਮ ਨਹੀਂ, ਕੋਈ ਦਵੈਸ਼ ਨਹੀਂ, ਕੋਈ ਪਰਾਈ ਤਾਤ ਨਹੀਂ। ਜੇ ਇਸ ਤਰ੍ਹਾਂ ਦੇ ਭਾਵ ਅੰਦਰ ਪੈਦਾ ਹੋ ਰਹੇ ਨੇ, ਮਨ ਸਾਧਿਆ ਜਾ ਰਿਹਾ ਹੈ, ਤਾਂ ਸਮਝੋ ਮਨ ਪਰਮੇਸ਼ਰ ਨਾਲ ਜੁੜ ਰਿਹਾ ਹੈ। ਵਰਨਾ ਜੇ ਅਸੀਂ ਮਨ ਦੇ ਇਸ ਪਵਿੱਤਰਤਾ ਦੇ ਮਾਰਗ ਨੂੰ ਛੱਡ ਕੇ, ਮਨ ਸਾਧਨ ਦੇ ਮਾਰਗ ਨੂੰ ਛੱਡ ਕੇ, ਮਨ ਸਵਾਰਨ ਦੇ ਮਾਰਗ ਨੂੰ ਛੱਡ ਕੇ ਬਾਕੀ ਜਿੰਨੇ ਕਰਮ ਕਰਦੇ ਹੋ ਸਾਡੀਆਂ ਚਤੁਰਾਈਆਂ ਨੇ, ਵਿਖਾਵੇ ਬਾਜ਼ੀਆਂ। ਉਸੇ ਨੂੰ ਭਗਤ ਕਬੀਰ ਜੀ ਮਹਾਰਾਜ ਕਹਿੰਦੇ, ਚਤੁਰਾਈ ਨਾ ਚਤੁਰ ਭੁਜ ਪਾਈਐ। ਚਤੁਰਭੁਜ ਪਰਮੇਸ਼ਰ ਵਾਹਿਗੁਰੂ, ਜਿਸ ਨੂੰ ਆਪਾਂ ਕਹਿੰਦੇ ਵੀ ਸਰਬ ਕਲਾ ਸਮਰੱਥ ਹੈ, ਚੌਂ ਦਿਸ਼ਾਵਾਂ ਵਿੱਚ ਹਰ ਪਾਸੇ ਉਹਦੀ ਕਲਾ ਤੇ ਤਾਕਤ ਵਰਤ ਰਹੀ ਹੈ। ਇਹਨਾਂ ਕਰਮ ਕਾਂਡਾਂ ਦੀਆਂ ਚਤੁਰਾਈਆਂ ਨਾਲ ਉਸ ਪਰਮੇਸ਼ਰ ਵਾਹਿਗੁਰੂ ਦੇ ਤਲ, ਉਹਦੇ ਅਹਿਸਾਸ ਤੱਕ ਪਹੁੰਚਿਆ ਨਹੀਂ ਜਾ ਸਕਦਾ। ਇਹ ਮਹਿਜ਼ ਜਿਹੜੀ ਹੈ ਫਿਜ਼ੀਕਲੀ ਕਸਰਤ ਰਹਿ ਜਾਏਗੀ। ਬਾਕੀ ਜਿੰਨੇ ਵੀ ਕਰਮ ਕਾਂਡ ਨੇ, ਮਨ ਪਰਮੇਸ਼ਰ ਨਾਲ ਜੋੜਨ ਤੋਂ ਬਿਨਾਂ, ਮਨ ਸਾਧਨ ਤੋਂ ਬਿਨਾਂ, ਮਨ ਸਵਾਰਨ ਤੋਂ ਬਿਨਾਂ, ਉਹ ਸਾਰੇ ਕਰਮ ਕਾਂਡ ਚਤੁਰਾਈਆਂ ਹਨ। ਸਾਹਿਬ ਸਤਿਗੁਰੂ ਗੁਰੂ ਅਮਰਦਾਸ ਮਹਾਰਾਜ ਆਨੰਦ ਸਾਹਿਬ ਜੀ ਦੀ ਬਾਣੀ ਵਿੱਚ ਮਿਹਰ ਕਰਦੇ ਨੇ, ਇਹ ਮਨ ਚੰਚਲਾ ਚਤੁਰਾਈ ਕਿਨੈ ਨਾ ਪਾਇਆ, ਚਤੁਰਾਈ ਨਾ ਪਾਇਆ ਕਿਨੈ ਤੂੰ ਸੁਣ ਮਨ ਮੇਰਿਆ। ਇਹ ਮਾਇਆ ਮੋਹਣੀ ਜਿਨੇਤ ਭਰਮ ਭੁਲਾਇਆ, ਮਾਇਆ ਤਾਂ ਮੋਹਣੀ ਤਿਨੈ ਕੀਤੀ ਜਿਨ ਠਗੌਲੀ ਪਾਈਆ। ਕੁਰਬਾਨ ਕੀਤਾ ਤਿਸੈ ਵਿਟੋਂ ਜਿਹਨੂੰ ਮੋਹ ਮੀਠਾ ਲਾਇਆ, ਕਹੈ ਨਾਨਕ ਮਨ ਚੰਚਲ ਚਤੁਰਾਈ ਕਿਨੈ ਨਾ ਪਾਇਆ। ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਪਹਿਲੀ ਪੌੜੀ ਵਿੱਚ ਹੀ ਮਿਹਰ ਕਰਦੇ ਹਨ, ਸੋਚੈ ਸੋਚ ਨਾ ਹੋਵਈ ਜੇ ਸੋਚੀ ਲੱਖ ਵਾਰ, ਚੁੱਪੈ ਚੁੱਪ ਨਾ ਹੋਵਈ ਜੇ ਲਾਏ ਰਹਾ ਲੇਵਤਾਰ, ਭੁੱਖਿਆਂ ਭੁੱਖ ਨਾ ਉਤਰੀ ਜੇ ਬੰਨਾ ਪੁਰੀਆਂ ਭਾਰ। ਹੁਣ ਇਹ ਤੁਸੀਂ ਦੇਖੋ 3 ਪੰਕਤੀਆਂ ਨੇ, ਫਿਰ ਉਸ ਤੋਂ ਅੱਗੇ ਪੰਕਤੀ ਆਉਂਦੀ ਹੈ, ਸਹਸ ਸਿਆਣਪਾਂ ਲੱਖ ਹੋਹੇ ਤਾਂ ਇੱਕ ਨਾ ਚੱਲੇ ਨਾਲ। ਪਿਆ ਉੱਪਰ ਦਸੀਆਂ ਵਰਗੀਆਂ ਸਿਆਣਪਾਂ ਹਜ਼ਾਰਾਂ ਵੀ ਹੋਣ ਨਾ ਤੇਰੇ ਚੇਜੀਆਂ ਚਤੁਰਾਈਆਂ, ਇੱਥੇ ਸਿਆਣਪ ਸ਼ਬਦ ਚਤੁਰਾਈ ਦੇ ਅਰਥਾਂ ਵਿੱਚ ਵਰਤਿਆ। ਜਿਵੇਂ ਕੋਈ ਬੰਦਾ ਚਤੁਰਾਈ ਕਰੇ ਨਾ, ਚਲਾਕੀ ਕਰੇ ਤੁਹਾਡੇ ਨਾਲ, ਵੈਸੇ ਕੋਈ ਬੰਦਾ ਮੂਰਖ ਹੋਵੇ, ਮੂਰਖਤਾਈ ਦਾ ਕੰਮ ਕਰੇ, ਉਹਨੂੰ ਆਪਾਂ ਕਹਿੰਦੇ ਸਿਆਣਾ ਬਣ, ਕੋਈ ਅਕਲ ਕਰ।
ਜਿਹੜਾ ਬੰਦਾ ਮੂਰਖਤਾਈ ਦਾ ਕੰਮ ਕਰਦਾ ਉਹਨੂੰ ਆਪਾਂ, ਸਾਡੀ ਬੋਲੀ ਦੇ ਮੁਹਾਵਰੇ ਨੇ ਤੇ ਆਪਾਂ ਉਹਨੂੰ ਕਹਿੰਦੇ ਆ ਵੀ ਕੋਈ ਅਕਲਕਾਰ ਸਿਆਣਾ ਬਣ। ਤੇ ਕੋਈ ਬੰਦਾ ਚਲਾਕੀ ਕਰ ਰਿਹਾ ਹੋਵੇ ਤੇ ਉਹ ਚਲਾਕੀ ਕਿਉਂ ਕਰਦਾ ਵੀ ਮੈਨੂੰ ਸਿਆਣਾ ਸਮਝਿਆ ਜਾਏ। ਸਿਆਣਪ ਹੁੰਦੀ ਨਹੀਂ ਉਹਦੇ ਚੋਂ, ਉਹ ਆਪਣੇ ਆਪ ਨੂੰ ਸ਼ੋਅ ਅਪ ਐਵੇਂ ਕਰਦਾ ਹੈ, ਵਿਖਾਵਾ ਐਵੇਂ ਕਰਦਾ ਹੈ ਵੀ ਮੈਨੂੰ ਸਿਆਣਾ ਮੰਨ ਲਓ ਤੁਸੀਂ। ਆਪਾਂ ਉਹਨੂੰ ਫਿਰ ਉਸ ਭਾਵ ਵਿੱਚ ਕੀ ਕਹਿੰਦੇ, ਤੂੰ ਬਹੁਤਾ ਸਿਆਣਾ ਨਾ ਬਣ, ਅਸੀਂ ਤੇਰੀ ਸਿਆਣਪ ਤੋਂ ਚੰਗੀ ਤਰ੍ਹਾਂ ਜਾਣੂ ਆ, ਇੰਨੀ ਸਿਆਣਪ ਤੇਰੇ 'ਚ ਹੈ ਨਹੀਂ ਜਿਸ ਤਰ੍ਹਾਂ ਦਾ ਤੂੰ ਵਿਖਾਵਾ ਕਰਦਾ ਮੈਨੂੰ ਸਿਆਣੇ ਮੰਨ ਲਓ, ਇਸ ਤਰ੍ਹਾਂ ਦੀ ਸਿਆਣਪ ਨਾ ਕਰ। ਤਾਂ ਉੱਥੇ ਉਹਦੀ ਚਲਾਕੀ ਨੂੰ ਆਪਾਂ ਟਾਰਗੇਟ ਕਰਨਾ, ਉਹਦੀ ਚਲਾਕੀ ਵੱਲ ਨੂੰ ਸਿੱਧ ਧੋ ਕੇ ਗੱਲ ਕਹਿਣੀ, ਆਪਾਂ ਉਹਦੀ ਚਲਾਕੀ ਨੂੰ ਅਸਲ 'ਚ ਕ੍ਰਿਟੀਸਾਈਜ਼ ਕਰ ਰਹੇ ਹੁੰਦੇ ਆ, ਖੰਡਨ ਕਰ ਰਹੇ ਹੁੰਦੇ ਆ। ਇਸ ਕਰਕੇ ਆਪਾਂ ਉਹਨੂੰ ਸ਼ਬਦ ਵਰਤਦੇ ਆ ਵੀ ਤੂੰ ਬਹੁਤਾ ਸਿਆਣਾ ਨਾ ਬਣ। ਮਤਲਬ ਹੈ ਕਿ ਤੂੰ ਚਲਾਕੀ ਕਰਕੇ ਸਿਆਣੇ ਹੋਣ ਦਾ ਵਿਖਾਵਾ ਨਾ ਕਰ, ਇਸ ਤਰ੍ਹਾਂ ਦਾ ਸਿਆਣਾ ਨਾ ਬਣ। ਤੋ ਉਸ ਅਰਥਾਂ 'ਚ ਗੁਰੂ ਨਾਨਕ ਸਾਹਿਬ ਨੇ ਸ਼ਬਦ ਵਰਤਿਆ, ਸਹਸ ਸਿਆਣਪਾਂ ਲੱਖ ਜੇ ਇਹੋ ਜਿਹੀਆਂ ਸਿਆਣਪਾਂ ਤੇਰੇ 'ਚ ਬਹੁਤ ਵੀ ਅੰਦਰੋਂ ਤੂੰ ਸੁੱਚਾ ਨਹੀਂ, ਬਾਹਰੋਂ ਤੂੰ ਸੁੱਚੇ ਹੋਣ ਦਾ ਢੋਂਗ ਰਚਦਾ। ਅੰਦਰੋਂ ਤੇਰੀ ਭੁੱਖ ਜਾਂਦੀ ਨਹੀਂ, ਜੇ ਤਿੰਨਾਂ ਭਾਵਨਾ ਦੇ ਪਦਾਰਥ ਵੀ ਤੈਨੂੰ ਦੇ ਦਈਏ ਤੂੰ ਕਿੱਥੇ ਰੱਜ ਲਏਗਾ। ਬਾਹਰੋਂ ਕੇਵਲ ਮੌਨ ਧਾਰਨ ਕਰਕੇ ਦੁਨੀਆ ਨੂੰ ਭਰਮਾਈ ਤੁਰਿਆ ਜਾਂਦਾ ਹੈ, ਅੰਦਰ ਤੇਰੇ ਸ਼ੋਰ ਸ਼ਰਾਬਾ। ਅਜਿਹੀਆਂ ਹਜ਼ਾਰਾਂ ਸਿਆਣਪਾਂ ਵੀ ਤੇਰੇ 'ਚ ਹੋਣ ਨਾ, ਚਤੁਰਾਈਆਂ ਵੀ ਹੋਣ, ਤਾਂ ਰੱਬ ਦੇ ਰਾਹ ਤੇ ਤੁਰਦਿਆਂ ਇੱਕ ਵੀ ਤੇਰੇ ਨਾਲ ਨਿਭਣੀ ਨਹੀਂ ਹੈ। ਇਹ ਸਾਰੀਆਂ ਹੋਛੀਆਂ ਛੋਛੀਆਂ ਚਤੁਰਾਈਆਂ ਵਿਖਾਵੇ ਵਾਲੀਆਂ, ਇਹ ਜੀਵਨ 'ਚ ਹੰਡਦੀਆਂ ਨਹੀਂ, ਨਾਲ ਨਹੀਂ ਨਿਭਦੀਆਂ। ਅਸਲ ਸਿਆਣਪ ਉਹ ਹੈ ਜਿਹੜੀ ਸਾਡੇ ਕੱਲਿਆਂ ਵਿੱਚ ਵੀ ਹੈ ਤੇ ਬਹੁ ਗਿਣਤੀ ਵਿੱਚ ਵੀ ਅਸਰ ਪਾਉਂਦੀ ਹੈ। ਅਸੀਂ ਇਕੱਲੇ ਖੜੇ ਹਾਂ ਤਾਂ ਵੀ ਸਾਡੇ 'ਚ ਉਹੀ ਸਿਆਣਪ ਹੈ, ਚਾਰ ਬੰਦਿਆਂ 'ਚ ਖੜੇ ਹਾਂ ਤਾਂ ਵੀ ਸਾਡੇ 'ਚ ਉਹੀ ਸਿਆਣਪ। ਤੇ ਚਲਾਕੀ ਕੀ ਹੁੰਦੀ ਹੈ ਵੀ ਇਕੱਲੇ ਆ ਤੇ ਮੂਰਖਾਂ, ਚਾਰ ਬੰਦਿਆਂ 'ਚ ਚਲੇ ਗਏ ਤੇ ਵਿਖਾਵਾ ਇਹ ਕਰਨਾ ਵੀ ਮੇਰੇ ਤੋਂ ਵੱਧ ਸਿਆਣਾ ਕੋਈ ਨਹੀਂ। ਹੁਣ ਸਿਆਣਪ ਨਹੀਂ ਹੁੰਦੀ ਜਿਹੜੀ ਜਗ੍ਹਾ ਵੇਖ ਕੇ ਬਦਲ ਜਾਂਦੀ ਹੈ, ਉਹ ਚਲਾਕੀ ਹੁੰਦੀ ਹੈ ਵੀ ਜਿੱਥੇ ਜਿਸ ਤਰ੍ਹਾਂ ਦੀ ਚੱਲਦੀ ਉਸ ਤਰ੍ਹਾਂ ਦੀ ਚਲਾ ਲਓ। ਮੂਰਖਾਂ 'ਚ ਤੁਸੀਂ ਮੂਰਖ ਬਣ ਜਾਓ, ਸਿਆਣਿਆਂ 'ਚ ਤੁਸੀਂ ਸਿਆਣੇ ਬਣ ਜਾਓ। ਇਹ ਅਕਲਮੰਦ ਬੰਦੇ ਦਾ ਕੰਮ ਨਹੀਂ। ਸਿਆਣਪ ਸਿਆਣਪ ਹੀ ਰਹੇਗੀ, ਭਾਵੇਂ ਉਹ ਚਾਰ ਮੂਰਖਾਂ 'ਚ ਬੰਦਾ ਖੜਾ ਹੈ ਤੇ ਭਾਵੇਂ ਉਹ ਇਕੱਲਾ ਹੈ ਤੇ ਭਾਵੇਂ ਉਹ 10 ਸਿਆਣਿਆਂ 'ਚ ਖੜਾ। ਉਹਦੀ ਸਿਆਣਪ ਨੇ ਜਗ੍ਹਾ ਵੇਖ ਕੇ ਚੇਂਜ ਥੋੜਾ ਹੋ ਜਾਣਾ, ਬਦਲ ਥੋੜਾ ਜਾਣਾ। ਤੇ ਹੁਣ ਜੇ ਕਿਤੇ ਅਸੀਂ ਮੂਰਖ ਨੂੰ ਵੇਖ ਕੇ ਉਹਨੂੰ ਵੀ ਸ਼ਾਬਾਸ਼ ਦੇ ਜੇ, ਬਹੁਤ ਵਧੀਆ, ਠੀਕ ਹੈ, ਮੈਂ ਤੇਰੇ ਨਾਲ ਸਹਿਮਤ ਹਾਂ। ਸਿਆਣਿਆਂ ਨੂੰ ਜਾ ਕੇ ਕਹੀਏ ਵੇਖਿਆ ਕਿੱਡਾ ਮੂਰਖ ਬੰਦਾ ਹੈ, ਉੱਥੇ ਅਸੀਂ ਸਿਆਣਾ 'ਚ ਸਿਆਣੇ ਬਣ ਗਏ। ਇਕੱਲੇ ਆ ਤੇ ਨਾ ਸਾਡਾ ਕਿਸੇ ਮੂਰਖ ਨਾਲ ਹਿੱਤ ਹੈ ਨਾ ਸਿਆਣੇ ਨਾਲ ਹਿੱਤ ਹੈ। ਆਪਣਾ ਸਵਾਰਥ ਵੇਖਿਆ, ਉਸ ਹਿਸਾਬ ਨਾਲ ਕੰਮ ਚਲਾ ਲਿਆ। ਤਾਂ ਇਹ ਅਕਲ ਦੀ ਗੱਲ ਨਹੀਂ ਹੈ, ਇਹ ਚਲਾਕੀ ਹੈ। ਸਾਹਿਬ ਸਤਿਗੁਰੂ ਮਹਾਰਾਜ ਦੀ ਬਾਣੀ ਵਿੱਚ ਇਸ ਤਰ੍ਹਾਂ ਸਿਆਣਪ, ਚਤੁਰਾਈ ਕਈ ਵਾਰ ਸਮਾਨ ਅੰਤਰ ਅਰਥਾਂ ਵਿੱਚ ਵੀ ਜੇ ਇਹਦੇ ਭਾਵ ਨੂੰ ਨਾ ਸਮਝਿਆ ਜਾਏ ਤਾਂ ਬੜਾ ਵੱਡਾ ਭੁਲੇਖਾ ਲੱਗ ਜਾਂਦਾ। ਤੋ ਇਸੇ ਭਾਵ ਵਿੱਚ ਕਹਿੰਦੇ ਹਨ, ਚਤੁਰਾਈ ਨਾ ਚਤੁਰ ਭੁਜ ਪਾਈਐ। ਤੋ ਆਰੰਭ ਦੇ ਵਾਕ ਵਿੱਚ ਭਗਤ ਕਬੀਰ ਜੀ ਮਹਾਰਾਜ ਬਖਸ਼ਿਸ਼ ਕਰਦੇ ਨੇ, ਕਹਿੰਦੇ ਨੇ ਕਿਆ ਜਪ ਕਰਨਾ, ਮਿੱਥ ਕੇ ਕਿਸੇ ਮੰਤਰ, ਕਿਸੇ ਸ਼ਬਦ, ਕਿਸੇ ਲਫ਼ਜ਼ ਆਦਿਕ ਨੂੰ ਬਾਰ-ਬਾਰ ਇਹ ਕਹਿ ਕੇ ਬੋਲਣਾ ਵੀ ਇਹਦੇ ਨਾਲ ਪਰਮੇਸ਼ਰ ਵਸ ਵਿੱਚ ਹੋ ਜਾਏਗਾ। ਇੰਨਾ ਕਰਨਾ ਹੀ ਸਾਰੇ ਧਰਮ ਦੇ ਮਾਰਗ ਦਾ ਮੂਲ ਹੈ। ਇੰਨਾ ਕਰਨ ਨਾਲ ਹੀ ਸਾਰਾ ਕੰਮ ਸਰ ਜਾਏਗਾ। ਵੀ ਜੇ ਹੁਣ ਮੈਂ ਬਹਿ ਕੇ ਇੱਥੇ ਥੋੜਾ ਸਮਾਂ ਕਰ ਲਵਾਂ ਤੇ ਅੱਧੇ ਘੰਟੇ ਬਾਅਦ ਮੈਨੂੰ ਕੋਈ ਬੰਦਾ ਮਿਲੇ ਤੇ ਉਹਨੂੰ ਮੈਂ ਸਾਰਾ ਅੰਦਰ ਦਾ ਜ਼ਹਿਰ ਉਹਦੇ ਤੇ ਕੱਢਾਂ, ਨਫ਼ਰਤ ਕਰਾਂ, ਭੇਦਭਾਵ ਕਰਾਂ, ਮੇਰੇ ਉਹ 10 ਘੰਟੇ ਵੀ ਮੈਂ ਜੇ ਬਹਿ ਕੇ ਰੱਬ ਕਰਦਾ, ਉਹਦਾ ਅਰਥ ਕੀ ਨਿਕਲਿਆ? ਇੱਕ ਬੰਦੇ ਨਾਲ ਤਾਂ ਚੰਗੇ ਢੰਗ ਨਾਲ ਵਿਹਾਰ ਮੈਥੋਂ ਹੋਇਆ ਨਹੀਂ, ਉਹਦੇ ਹੀ ਤਾਂ ਮੈਨੂੰ ਰੱਬ ਦਿਸਿਆ ਨਹੀਂ। ਤੇ ਪਹਿਲਾਂ ਮੈਂ ਉੱਠ ਕੇ ਰੱਬ ਕਰ ਲਵਾਂ ਤੇ ਮਗਰੋਂ ਕਿਸੇ ਦੀ ਜੇਬ ਕੱਟ ਲਵਾਂ। ਮੇਰਾ ਉਹ ਜਿਹੜਾ ਰੱਬ ਕਰਨਾ ਉਹ ਚਲਾਕੀ ਹੈ, ਵਿਖਾਵਾ ਹੈ ਕਿ ਭਗਤੀ ਹੈ? ਭਗਤੀ ਨਹੀਂ ਹੋ ਸਕਦਾ। ਫਿਰ ਮੈਂ ਉਹਦੇ ਚੋਂ ਗ੍ਰਹਿਣ ਕੀ ਕੀਤਾ, ਪਾਇਆ ਕੀ? ਜੇ ਮੈਂ ਉਹਦੇ ਵਿੱਚੋਂ ਆਪਣੇ ਆਪ ਲਈ ਕੁਝ ਪਾਇਆ ਨਹੀਂ, ਜੇ ਮੇਰੇ ਅੰਦਰ ਨਰਮ ਦਿਲੀ ਨਹੀਂ ਆਈ, ਸਹਿਜ ਨਹੀਂ ਆਇਆ, ਟਿਕਾਓ ਨਹੀਂ ਆਇਆ, ਪ੍ਰੇਮ ਨਹੀਂ ਜਾਗਿਆ ਮਨੁੱਖਤਾ ਦੇ ਪ੍ਰਤੀ, ਤਾਂ ਫਿਰ ਇਹਦਾ ਮਤਲਬ ਮੇਰਾ ਉਹ ਕੀਤਾ ਹੋਇਆ ਕਰਮ ਜਿਹੜਾ ਹੈ ਉਹ ਚਤੁਰਾਈ ਹੈ, ਚਲਾਕੀ ਹੈ। ਉਹ ਜਪ ਦਾ ਕੀ ਅਰਥ ਹੈ? ਕਿਆ ਤਪ ਦਾ ਮਤਲਬ ਹੁੰਦਾ ਹੈ ਸਰੀਰ ਨੂੰ ਕਸ਼ਟ ਦੇਣ ਵਾਲਾ ਕੋਈ ਕੰਮ ਕਰਨਾ, ਵੀ ਮੇਰੇ ਸਰੀਰ ਨੂੰ ਕਸ਼ਟ ਆਏ
ਮਨ ਸਿੱਧੇ ਰਾਹੇ ਤੁਰੇ ਤੇ ਰੱਬ ਖੁਸ਼ ਹੋ ਜਾਏ। ਬਾਣੀ ਨੇ ਐਸੇ ਬਹੁਤ ਸਾਰੇ ਤਪਾਂ ਦੀ ਵਿਆਖਿਆ ਕੀਤੀ ਹੈ, ਗਾਹੇ ਵਗਾਏ ਜੋ ਕਰਮ ਸੰਸਾਰ ਦੇ ਲੋਕ ਕਰਦੇ ਨੇ, ਕਿ ਸਰੀਰ ਨੂੰ ਭੁੱਖਿਆਂ ਰੱਖਣਾ, ਸਰੀਰ ਨੂੰ ਨੰਗਿਆਂ ਰੱਖਣਾ, ਸਰੀਰ ਦੇ ਧੂਣੇ ਤਪਾ ਕੇ, ਜਲ ਧਾਰੇ ਕਰਕੇ, ਗਰਮੀ ਸਰਦੀ ਸਹਾਰਨੀ, ਨੰਗੇ ਪੈਰੀ ਚੱਲਣਾ, ਭੁੱਖੇ ਰਹਿਣਾ। ਬੜੇ ਬੰਦੇ ਕੰਮ ਦੁਨੀਆ ਵਿੱਚ ਕਰਦੇ ਨੇ। ਭਗਤ ਨਾਮਦੇਵ ਸਾਹਿਬ ਦਾ ਆਪਾਂ ਸ਼ਬਦ ਪੜ੍ਹਿਆ ਸੀ, ਉਹ ਲਿਖਦੇ ਹਨ, ਤਨ ਜੋ ਹਿਵਾਲੇ ਗਾਰੈ, ਕਿ ਹਿਮਾਲਾ ਪਰਬਤ ਤੇ ਜਾ ਕੇ ਜਿੱਥੇ ਬਰਫ਼ ਹੀ ਬਰਫ਼ ਹੈ, ਬਰਫ਼ ਦੇ ਵਿੱਚ ਬਹਿ ਕੇ ਤੂੰ ਆਪਣਾ ਤਨ ਵੀ ਗਾੜ ਲਵੇਂ ਨਾ ਰੱਬ ਦੇ ਨਾਂ ਤੇ, ਰਾਮ ਨਾਮ ਸਰਤਉ ਨਾ ਪੂਜੈ। ਕੀ ਫਰਕ ਪਏਗਾ ਇਹਦੇ ਨਾਲ? ਪਰਮੇਸ਼ਰ ਵਾਹਿਗੁਰੂ ਨੇ ਦੇਹੀ ਸਰੀਰ ਬਖਸ਼ਿਆ, ਇਹ ਉਹਦੀ ਅਮਾਨਤ ਹੈ। ਬੰਦਾ ਇਹਦੇ ਨਾਲ ਕੋਈ ਨੇਕ ਆਚਰਣ ਕਰੇ, ਕੋਈ ਭਲਾ ਕਰੇ, ਕੋਈ ਪਰਉਪਕਾਰ ਕਰੇ, ਕੋਈ ਸੇਵਾ ਕਰੇ, ਕੋਈ ਨੇਕ ਆਚਰਣ ਬਣਾਏ, ਕੋਈ ਉੱਚਾ ਅਮਲ ਕਰੇ, ਇਹ ਤੇ ਠੀਕ ਹੈ। ਪਰ ਤਨ ਨੂੰ ਫਾਹੇ ਲਾਈ ਜਾਏ ਇਸ ਕਰਕੇ ਵੀ ਇਹਦੇ ਨਾਲ ਰੱਬ ਖੁਸ਼ ਹੋ ਜਾਏ, ਇਹਦੇ 'ਚ ਰੱਬ ਦੀ ਕੀ ਖੁਸ਼ੀ ਹੋ ਸਕਦੀ? ਕਿ ਰੱਬ ਪਰਮੇਸ਼ਰ ਸਾਨੂੰ ਦੁਖੀ ਵੇਖ ਕੇ ਖੁਸ਼ ਹੁੰਦਾ? ਮੰਨ ਲਓ ਇੱਕ ਆਮ ਉਦਾਹਰਣ ਵਰਤਦੇ ਹਾਂ, ਧੁੱਪ ਹੋਵੇ ਜਾਂ ਠੰਡ ਹੋਵੇ, ਬਹੁਤ ਜ਼ਿਆਦਾ ਧੁੱਪ ਹੋਵੇ, ਜ਼ਮੀਨ ਤਪ ਰਹੀ ਹੋਵੇ, ਬਹੁਤ ਜ਼ਿਆਦਾ ਠੰਡ ਹੋਵੇ ਤੇ ਜ਼ਮੀਨ ਠਰੀ ਹੋਈ ਹੋਵੇ। ਸਾਡਾ ਬੱਚਾ ਜਾਂ ਸਾਡਾ ਮਾਂ ਪਿਓ, ਸਾਡਾ ਭੈਣ ਭਰਾ, ਸਾਡਾ ਕੋਈ ਰਿਸ਼ਤੇਦਾਰ, ਸਖਾ, ਮਿੱਤਰ ਨੰਗੇ ਪੈਰੀਂ ਬੜਾ ਦੁੱਖ ਚੱਲ ਰਿਹਾ ਹੋਵੇ ਤੇ ਤੁਸੀਂ ਉਹਦੇ ਵੱਲ ਵੇਖ ਕੇ ਖੁਸ਼ ਹੋਵੋ, ਕੋਈ ਸਾਨੂੰ ਸਿਆਣਾ ਆਖੇਗਾ ਵੀ ਅਗਲਾ ਬੰਦਾ ਇੰਨਾ ਦੁਖੀ ਹੋ ਰਿਹਾ ਨੰਗੇ ਪੈਰੀਂ, ਜੇ ਤੂੰ ਉਹਦੀ ਮਦਦ ਨਹੀਂ ਕਰ ਸਕਦਾ ਤਾਂ ਘੱਟੋ ਘੱਟ ਹੱਸ ਤੇ ਨਾ ਉਹਦੀ ਇਸ ਸਿਚੁਏਸ਼ਨ ਦੇ ਉੱਤੇ, ਉਹ ਤਾਂ ਤਕਲੀਫ ਚੱਲ ਰਿਹਾ। ਇਹਨੂੰ ਅਸੀਂ ਸਮਾਜ ਦੇ ਪੈਰਾਮੀਟਰ ਵਿੱਚ ਆਪਾਂ ਸਮਝਾਂਗੇ ਵੀ ਇਸ ਤਰ੍ਹਾਂ ਕਰਨਾ ਨਹੀਂ ਚਾਹੀਦਾ। ਤੇ ਜੇ ਕੋਈ ਜਾਣ ਕੇ ਇਸ ਤਰ੍ਹਾਂ ਤੁਰਿਆ ਫਿਰ, ਘਰ 'ਚ ਬੱਚਾ ਤੁਰਿਆ ਫਿਰੇ, ਮਾਂ-ਬਾਪ ਠੰਡ 'ਚ ਤੁਰੇ ਫਿਰਨ, ਗਰਮੀ 'ਚ ਨੰਗੇ, ਤੇ ਆਪਾਂ ਨੂੰ ਕਹਿੰਦੇ ਜੋੜਾ ਪਾ ਲੈ, ਕਿਉਂ ਦੁਖੀ ਹੁੰਦਾ, ਕਿਉਂ ਤਕਲੀਫ ਚੱਲਦਾ? ਹੁਣ ਇਹੋ ਕੰਮ ਜੇ ਰੱਬ ਦੇ ਨਾਂ ਤੇ ਕੋਈ ਕਰੇ ਤੇ ਆਪਾਂ ਕਹਿੰਦੇ ਭਗਤੀ ਹੈ, ਕਿ ਵਾਹਿਗੁਰੂ ਜਾਂ ਗੁਰੂ ਇਸ ਕਰਕੇ ਖੁਸ਼ ਹੋਏਗਾ ਵੀ ਜਾਣ ਬੁੱਝ ਕੇ ਇਹ ਤਕਲੀਫ ਆਪ ਝੱਲ ਕੇ ਤੇ ਨਾ ਮੇਰਾ ਲਾਉਂਦਾ ਵੀ ਇਹਦੇ ਨਾਲ ਗੁਰੂ ਨੇ ਖੁਸ਼ ਹੋਣਾ। ਕੀ ਮੈਂ ਪੱਥਰ ਦੇ ਲਾਂ? ਮੇਰੇ ਤੇ ਦੂਸ਼ਣ ਤੇ ਨਾ ਲਾਓ ਘੱਟੋ ਘੱਟ ਵੀ ਮੈਂ ਤੁਹਾਨੂੰ ਤਕਲੀਫ ਵਿੱਚ ਵੇਖ ਕੇ ਖੁਸ਼ ਨਹੀਂ, ਮੈਂ ਕਿਸੇ ਨੂੰ ਤਕਲੀਫ ਵਿੱਚ ਵੇਖ ਕੇ ਖੁਸ਼ ਨਹੀਂ ਹੁੰਦਾ। ਮੈਂ ਤਾਂ ਚਾਹੁੰਦਾ ਸੰਸਾਰ ਦਾ ਕੋਈ ਮਨੁੱਖ ਲੋੜਾਂ ਤੋਂ ਬਿਨਾਂ ਨਾ ਹੋਵੇ, ਹਰ ਇੱਕ ਦੀ ਲੋੜ ਪੂਰੀ ਹੋਵੇ। ਜੇ ਭੁੱਖੇ ਰਹਿਣ ਨਾਲ ਰੱਬ ਖੁਸ਼ ਹੁੰਦਾ ਤਾਂ ਗੁਰੂ ਨਾਨਕ ਸਾਹਿਬ ਨੂੰ ਲੰਗਰ ਦੀ ਪ੍ਰਥਾ ਚਲਾਉਣ ਦੀ ਲੋੜ ਕੀ ਸੀ ਭਲਾ? ਹਜ਼ੂਰ ਤਾਂ ਚਾਹੁੰਦੇ ਨੇ ਸੰਸਾਰ 'ਚ ਕੋਈ ਭੁੱਖਾ ਨਾ ਰਵੇ। ਹਰ ਇੱਕ ਦੀ ਮੁੱਢਲੀ ਲੋੜ ਜਿਹੜੀ ਹੈ ਉਹ ਹੈ ਭੋਜਨ, ਉਹ ਪੂਰੀ ਹੋਵੇ। ਥਾਂ ਪੁਰ ਥਾਂ ਜਾ ਕੇ ਮਹਾਰਾਜ ਨੇ ਲੰਗਰ ਚਲਾਏ, ਭੁੱਖਿਆਂ ਨੂੰ ਪ੍ਰਸ਼ਾਦਾ ਦਿੱਤਾ, ਨੰਗਿਆਂ ਨੂੰ ਵਸਤਰ ਬਖਸ਼ੇ। ਸਤਿਗੁਰੂ ਤਾਂ ਸੰਸਾਰ ਦੇ ਜੀਵਾਂ ਨੂੰ ਦੁਖੀ ਨਹੀਂ ਹੋਣ ਦੇਣਾ ਚਾਹੁੰਦੇ ਸਨ। ਤੇ ਹੁਣ ਜੇ ਕੋਈ ਅੱਜ ਇਹ ਸੋਚੇ ਮੇਰੇ ਵਰਗਾ ਇਨਸਾਨ ਵੀ ਮੈਂ ਦੁੱਖ ਝੱਲਾਂ ਤੇ ਮੇਰਾ ਗੁਰੂ ਉਹਦੇ ਨਾਲ ਖੁਸ਼ ਹੋਏ, ਨਹੀਂ। ਦੁੱਖ ਚੱਲਣਾ ਹੈ ਤੇ ਕਿਸੇ ਅਸੂਲ ਲਈ ਚੱਲੋ, ਧਰਮ ਲਈ ਚੱਲੋ। ਵਿਅਰਥ ਵਿੱਚ ਕਰਮਕਾਂਡ ਰਾਹੀਂ ਦੁੱਖ ਝੱਲ ਕੇ ਕਹਿਣਾ ਗੁਰੂ ਖੁਸ਼ ਹੋਏਗਾ, ਨਹੀਂ ਹੋਏਗਾ। ਕਿਉਂਕਿ ਗੁਰੂ ਪੱਥਰ ਦਿਲ ਨਹੀਂ ਹੈ, ਸਤਿਗੁਰ ਦਾਤਾ ਦਇਆਲ ਹੈ, ਜਿਸਨੂੰ ਦਇਆ ਸਦਾ ਹੋਏ। ਏਕ ਦ੍ਰਿਸ਼ਟ ਕਰ ਦੇਖਦਾ ਮਨ ਭਾਵਨੀ ਤੇ ਸਿੱਧ ਹੋਏ। ਸਤਿਗੁਰ ਵਿੱਚ ਅੰਮ੍ਰਿਤ ਹੈ ਹਰ ਉਤਮ ਹਰ ਪਦ ਸੋਏ। ਸਤਿਗੁਰ ਸਭਨਾਂ ਦਾ ਭਲਾ ਮਨਾਏਂਦਾ ਤੇ ਇਸ ਦਾ ਬੁਰਾ ਕਿਉਂ ਹੋਏ। ਤੋ ਹਜ਼ੂਰ ਮਹਾਰਾਜ ਮਿਹਰ ਕਰਦੇ ਨੇ। ਕਿਆ ਬ੍ਰਤ ਪੂਜਾ, ਕੀ ਹੋਇਆ ਜੇ ਤੂੰ ਵਰਤ ਰੱਖਦਾ ਹੈ, ਕੀ ਹੋਇਆ ਜੇ ਤੂੰ ਮਿੱਥੀ ਹੋਈ ਇੱਕ ਪ੍ਰੋਪਰ ਢੰਗ ਦੇ ਨਾਲ ਇੱਕ ਵਿਧੀ ਪੂਰਵਕ ਪੂਜਾ ਕਰਦਾ ਹੈ। ਤੇਰੇ ਜਪ ਤਪ ਵਰਤ ਪੂਜਾ ਕਿਸੇ ਅਰਥ ਨਹੀਂ, ਕਿਉਂਕਿ ਜਾ ਕੇ ਹਿਰਦੈ ਭਾਵ ਹੈ ਦੂਜਾ। ਪਰ ਤੇਰੇ ਹਿਰਦੇ ਵਿੱਚ ਜੇ ਭਾਵ ਹੋਰ ਹੈ, ਭਾਵ ਜੇ ਤੂੰ ਅਕਾਲ ਪੁਰਖ ਵਾਹਿਗੁਰੂ ਨੂੰ ਨੇੜੇ ਨਹੀਂ ਸਮਝਦਾ, ਵਾਹਿਗੁਰੂ ਨੂੰ ਹਰ ਜਗ੍ਹਾ ਤੇ ਵਸਿਆ ਅਨੁਭਵ ਨਹੀਂ ਕਰਦਾ, ਵਾਹਿਗੁਰੂ ਦੇ ਗੁਣਾਂ ਤੋਂ ਮੁਤਾਸਰ ਨਹੀਂ ਹੋਇਆ, ਪ੍ਰਭਾਵਿਤ ਨਹੀਂ ਹੋਇਆ, ਇਹਦਾ ਮਤਲਬ ਤੈਨੂੰ ਰੱਬ ਦੇ ਰਾਹ ਦੀ ਸੋਝੀ ਕੋਈ ਨਹੀਂ। ਤੇ ਸੋਝੀਹੀਣ ਹੋ ਕੇ ਜਿੰਨੇ ਮਰਜ਼ੀ ਕੰਮ ਕਰੀ ਜਾ, ਜਿਹਨੂੰ ਸੋਝੀ ਹੋਏ ਕੰਮ ਕਰੇਗਾ ਨਹੀਂ। ਤੇ ਜਿਹੜਾ ਬਿਨਾਂ ਸੋਝੀ ਤੋਂ ਇਹ ਕੰਮ ਕਰਦਾ ਉਹਦੇ ਕਰਮ ਕਾਂਡ ਕਿਸੇ ਲੇਖੇ ਨਹੀਂ। ਤੋ ਬਖਸ਼ਿਸ਼ ਕਰਦੇ ਨੇ। ਪਰ ਹਰ ਲੋਭ ਅਰ ਲੋਕਾਚਾਰ। ਪੁੱਛਿਆ ਫਿਰ ਕਿਹੜਾ ਕਾਰਜ ਕਰਨਾ ਚਾਹੀਦਾ ਜੀ? ਤੁਸੀਂ ਦੱਸੋ ਫਿਰ ਕਿਹੜਾ ਤਰੀਕਾ ਵਰਤੀਏ ਜਿਸ ਸਦਕਾ ਮਨ ਮਾਧੋ ਨਾਲ ਜੁੜ ਜਾਏ। ਤੋ ਮਿਹਰ ਕਰਦੇ ਹਾਂ, ਜੁਗਤ ਸਮਝਾਉਂਦੇ ਨੇ ਪਰ ਹਰ ਦਾ ਅਰਥ ਹੈ ਤਿਆਗ ਦੇ।
ਲੋਭ, ਪਰਾਈ ਵਸਤੂ ਨੂੰ ਵੇਖ ਕੇ ਲੋਭੀ ਹੋਣਾ ਤਿਆਗ ਦੇ। ਦੂਜੇ ਦੀ ਵਸਤੂ ਦੇ ਉੱਤੇ ਮੈਲੀ ਨਿਗਾਹ ਨਾ ਰੱਖ, ਦੂਜੇ ਵੱਲ ਵੇਖ ਕੇ ਆਪਣੇ ਜੀ ਨੂੰ ਤਰਸਾ ਨਾ, ਆਪਣੇ ਆਪ ਨੂੰ ਦੁਖੀ ਨਾ ਕਰ, ਆਪਣੇ ਅੰਦਰ ਹੀਣ ਭਾਵਨਾ ਨਾ ਲੈ ਕੇ ਆ, ਇਹਨੂੰ ਲੋਭ ਨੂੰ ਤਿਆਗ। ਪਰ ਹਰ ਲੋਭ, ਔਰ ਦੂਜਾ ਕੰਮ ਕੀ ਹੈ? ਅਰ ਲੋਕਾਚਾਰ। ਆਪਣੀ ਸਾਰੀ ਜ਼ਿੰਦਗੀ ਦੁਨੀਆ ਨੂੰ ਖੁਸ਼ ਕਰਨ ਦੇ ਉੱਤੇ ਲਾਉਣਾ, ਇਹ ਵੀ ਕੰਮ ਛੱਡ ਦੇ। ਵੀ ਹੱਸਣਾ ਹੈ ਤੇ ਦੁਨੀਆ ਦੇ ਹਿਸਾਬ ਨਾਲ, ਰੋਣਾ ਹੈ ਤੇ ਦੁਨੀਆ ਦੇ ਹਿਸਾਬ ਨਾਲ, ਚੰਗਾ ਬੋਲਣਾ ਹੈ ਤੇ ਦੁਨੀਆ ਦੇ ਹਿਸਾਬ ਨਾਲ, ਮੰਦਾ ਬੋਲਣਾ ਉਹ ਵੀ ਦੁਨੀਆ ਦੇ ਹਿਸਾਬ ਨਾਲ, ਪਹਿਨਣਾ ਤੇ ਉਹ ਵੀ ਦੁਨੀਆ ਦੇ ਹਿਸਾਬ ਨਾਲ, ਖਾਣਾ ਤੇ ਉਹ ਵੀ ਦੁਨੀਆ ਦੇ ਹਿਸਾਬ ਨਾਲ। ਮੈਂ ਕੌਣ ਹਾਂ? ਮੇਰੀ ਕੀ ਆਇਡੈਂਟੀਟੀ ਹੈ? ਮੇਰੀ ਕੀ ਪਛਾਣ ਹੈ? ਦੁਨੀਆ ਕਹੇਗੀ ਹੱਸੋ ਤੇ ਹੱਸਾਂਗੇ, ਦੁਨੀਆ ਕਹੇਗੀ ਰੋਵੋ ਤੇ ਰੋਈ ਜਾਵਾਂਗੇ, ਦੁਨੀਆ ਕਹੇਗੀ ਆਹੀ ਖਾਣਾ ਹੈ ਤੇ ਖਾਈ ਜਾਵਾਂਗੇ, ਲੋਕ ਕਹਿਣਗੇ ਵੀ ਸਾਨੂੰ ਸਲਾਹੋ ਤੇ ਸਲਾਈ ਜਾਵਾਂਗੇ, ਅਸੀਂ ਕਲਾਣ ਕਰੀ ਜਾਵਾਂਗੇ, ਉਹਨਾਂ ਦੇ ਨਾਂ ਦੀ ਸਿਫਤ ਕਰੀ ਜਾਵਾਂਗੇ। ਜੇ ਚਾਰ ਬੰਦੇ ਰਲ ਕੇ ਕਹਿਣਗੇ ਫਲਾਣੇ ਨੂੰ ਗਾਲਾਂ ਕੱਢੀ ਤੇ ਕੱਢਣ ਲੱਗ ਪਵਾਂਗੇ। ਇਹਦਾ ਮਤਲਬ ਹੈ ਸਾਨੂੰ ਜੋ ਪਰਮੇਸ਼ਰ ਨੇ ਬੁੱਧ, ਸੁਰਤ, ਮਨ ਬਖਸ਼ਿਆ ਹੈ, ਅਸੀਂ ਉਹਦੀ ਵਰਤੋਂ ਕਰ ਸਕਦੇ ਹਾਂ ਕਿ ਨਹੀਂ ਕਰ ਸਕਦੇ? 10 ਬੰਦੇ ਜਿਹੜੇ ਨੇ ਉਹ ਕਿਸੇ ਦਿਸ਼ਾ ਨੂੰ ਮੱਥਾ ਟੇਕਣ ਲੱਗ ਪੈਣਗੇ, ਮੈਂ ਵੀ ਟੇਕਣ ਲੱਗ ਪਵਾਂਗਾ। ਮੇਰੇ ਅੰਦਰ ਦਾ ਅਹਿਸਾਸ ਵਾਹਿਗੁਰੂ ਪ੍ਰਤੀ ਕਿੱਥੇ ਹੈ? ਮੇਰੇ ਅੰਦਰ ਦੀ ਜਿਹੜੀ ਫੀਲਿੰਗ ਹੈ ਰੱਬ ਪ੍ਰਤੀ, ਉਹ ਕਿੱਥੇ ਹੈ? ਲੋਕ ਕੀ ਕਹਿਣਗੇ, ਲੋਕ ਕੀ ਆਖਣਗੇ, ਇਹੀ ਰੋਲ ਘਚੋਲੇ ਦੇ ਵਿੱਚ ਬੰਦਾ ਸਾਰੀ ਜ਼ਿੰਦਗੀ ਜਿਹੜੀ ਉਹ ਕੱਢ ਦਿੰਦਾ ਹੈ। ਲੋਕ ਕੀ ਆਖਣ। ਭਗਤ ਕਬੀਰ ਜੀ ਦਾ ਇੱਕ ਸ਼ਬਦ ਹੈ, ਅੱਗੇ ਜਾ ਕੇ ਆਏਗਾ, ਉਹਦੇ ਵਿੱਚ ਉਹ ਕਹਿੰਦੇ ਨੇ, ਕਹਿਤ ਕਬੀਰ ਸੁਨੋ ਰੇ ਲੋਈ। ਲੋਈ ਦਾ ਮਤਲਬ ਲੋਕਾਈ। ਇਹ ਲੋਕੋ ਅਬ ਤੁਮਰੀ ਪ੍ਰਤੀ, ਮੈਂ ਹੁਣ ਤੁਹਾਡੇ ਮੁਤਾਬਕ ਨਹੀਂ ਚੱਲ ਸਕਦਾ। ਜੇ ਬੰਦਾ ਨੇਕ ਹੋ ਜਾਏ ਤੇ ਤੁਸੀਂ ਕਹਿੰਦੇ ਨੂੰ ਦੁਨੀਆਦਾਰੀ ਨਹੀਂ ਆਉਂਦੀ, ਜੇ ਦੁਨੀਆਦਾਰ ਹੋਏ ਤੇ ਤੁਸੀਂ ਕਹਿੰਦੇ ਇਹਦੇ ਪੱਲੇ ਧਰਮ ਹੈ ਨਹੀਂ। ਕੋਈ ਪਾਸਾ ਹੈ ਜਿੱਥੇ ਜਾ ਕੇ ਚਾਰ ਬੰਦੇ ਬਿਲਕੁਲ ਖੁਸ਼ ਹੀ ਹੋਣ? ਸੰਸਾਰ 'ਚ ਐਸਾ ਕੋਈ ਮਨੁੱਖ ਨਹੀਂ ਜਿਹਦੀ ਆਲੋਚਨਾ ਨਹੀਂ ਹੁੰਦੀ, ਚੇਤੇ 'ਚ ਰੱਖਿਓ। ਆਪਾਂ ਨਿੰਦਾ ਤੋਂ ਡਰਦੇ ਨਾ, ਲੋਕ ਕੀ ਕਹਿਣਗੇ, ਆਹ ਕੀ ਕਹੇਗਾ, ਉਹ ਕੀ ਕਹੇਗਾ। ਕਹਿਣ ਵਾਲਿਆਂ ਤੇ ਗੁਰੂ ਨਾਨਕ ਸਾਹਿਬ ਨੂੰ ਵੀ ਭੂਤਨਾ ਬੇਤਾਲਾ ਕਹਿ ਛੱਡਿਆ, ਭਗਤ ਕਬੀਰ ਸਾਹਿਬ ਨੂੰ ਵੀ ਬੌਰਾ ਕਹਿ ਛੱਡਿਆ। ਲੋਕ ਕਹੇ ਕਬੀਰ ਬੌਰਾਨਾ। ਸਾਰੀ ਦੁਨੀਆ ਤਾਂ ਉਹਨਾਂ ਨਾਲ ਵੀ ਸਹਿਮਤ ਨਹੀਂ ਹੋ ਸਕੀ। ਜਿੰਨੀ ਜਿਸੇ ਦੀ ਬੁੱਧ ਹੈ ਉਹਨੇ ਆਪਣੀ ਬੁੱਧ ਮੁਤਾਬਕ ਵਰਤਣਾ ਹੈ। ਦਿਨ ਚੜ੍ਹਦਾ ਸਾਰੇ ਖੁਸ਼ ਹੁੰਦੇ ਨੇ, ਚੋਰ ਦੇ ਢਿੱਡ ਪੀੜ ਹੁੰਦੀ ਹੈ, ਵੀ ਹਨੇਰਾ ਚੰਗਾ ਸੀ, ਚੋਰੀ ਦਾ ਮੌਕਾ ਮਿਲਦਾ, ਹੁਣ ਦਿਨੇ ਤਾਂ ਸਾਰੇ ਜਾਗ ਪਏ। ਉਹ ਚਾਹੁੰਦਾ ਹਨੇਰਾ ਹੀ ਰਵੇ। ਨਾ ਤਾਂ ਸੂਰਜ ਚੜ੍ਹੇ ਤੇ ਸਾਰੀ ਦੁਨੀਆ ਖੁਸ਼ ਹੈ, ਤੇ ਨਾ ਰਾਤ ਪਈ ਤੇ ਸਾਰੀ ਦੁਨੀਆ ਖੁਸ਼ ਹੈ। ਜਿੱਥੇ ਤਪਸ਼ ਹੈ ਉਹ ਲੋਕ ਕਹਿਣਗੇ ਮੀਂਹ ਪਵੇ। ਭਾਂਡੇ ਬਣਾ ਰਿਹਾ ਇੱਕ ਸੱਜਣ ਮਿੱਟੀ ਦੇ, ਤੇ ਉਹ ਅਰਦਾਸ ਕਰਦਾ ਸੀ, ਰੱਬਾ ਮੀਂਹ ਨਾ ਪਾਈ, ਮੇਰੀ ਸਾਰੀ ਮਿਹਨਤ ਖਰਾਬ ਹੋ ਜਾਣੀ ਹੈ। ਤੇ ਕਿਸਾਨ ਮੋਢੇ ਤੇ ਹਲ ਰੱਖ ਕੇ ਖੇਤਾਂ ਨੂੰ ਜਾ ਰਿਹਾ ਸੀ, ਤੇ ਉਹ ਆਕਾਸ਼ ਵੱਲ ਵੇਖੇ ਤੇ ਨਾਲ ਅਰਦਾਸ ਕਰੇ, ਰੱਬਾ ਮੀਂਹ ਪਾ, ਫਸਲ ਕਿਵੇਂ ਉੱਗੇਗੀ। ਹੋਣਾ ਉਹੀ ਹੈ ਜੋ ਉਹਦੀ ਰਜ਼ਾ ਹੈ, ਪਰ ਹਰ ਬੰਦਾ ਆਪਣੇ ਮੁਤਾਬਕ ਸਿਚੁਏਸ਼ਨ ਚਾਹੁੰਦਾ ਹੈ। ਹਰ ਬੰਦਾ ਚਾਹੁੰਦਾ ਹੈ ਮੇਰੇ ਮੁਤਾਬਕ ਸਭ ਕੁਝ ਵਾਪਰੇ ਤੇ ਵਰਤੇ। ਤੋ ਕਹਿੰਦੇ ਹਨ, ਪਰ ਹਰ ਕਾਮ ਕ੍ਰੋਧ ਅਹੰਕਾਰ, ਪਰ ਹਰ ਤਿਆਗ ਦੇ, ਕਾਮ ਵਾਸ਼ਨਾ ਦੀ ਭੈੜੀ ਆਦਤ ਤਿਆਗ ਦੇ, ਪਰਾਇਆ ਰੂਪ ਤੱਕਣਾ, ਵਿਭਚਾਰੀ ਹੋਣਾ, ਕਿਰਦਾਰ ਤੋਂ ਡਿੱਗਣਾ, ਇਹਨੂੰ ਤਿਆਗ। ਕ੍ਰੋਧ ਨੂੰ ਤਿਆਗ, ਅਹੰਕਾਰ ਨੂੰ ਤਿਆਗ। ਕ੍ਰੋਧੀ ਹੁੰਦਾ ਹੈ ਆਪਣੀ ਅਕਲ ਖੋ ਦਿੰਦਾ ਹੈ, ਆਪਣੀ ਬੁੱਧ ਨੂੰ ਤਿਲਾਂਜਲੀ ਦੇ ਦਿੰਦਾ ਹੈ, ਵੱਡੇ ਤੇ ਛੋਟੇ ਦਾ ਪ੍ਰੇਮ, ਤਮੀਜ਼, ਮੁਹੱਬਤ ਭੁੱਲ ਜਾਂਦਾ ਹੈ। ਐਸੇ ਕਬੂਲ ਬੋਲਦਾ ਹੈ ਜਿਹੜੇ ਆਉਣ ਵਾਲੇ ਭਵਿੱਖ ਵਿੱਚ ਤਬਾਹੀ ਮਚਾ ਦੇਣ। ਹੰਕਾਰ ਕਰਦਾ ਹੈ, ਜੋ ਤੇਰੇ ਕੋਲ ਅਵੇਲੇਬਲ ਉਹਦਾ ਗਰੂਰ ਕਾਹਦਾ, ਇਹਨੂੰ ਜਾਂਦਿਆਂ ਵੀ ਤੇ ਸਮਾਂ ਨਹੀਂ ਨਾ ਲੱਗਦਾ। ਇਸ ਕਰਕੇ ਤਿਆਗ ਦੇ। ਕਰਮ ਕਰਤ ਬੱਧੇ ਹਮੇਵ, ਮਿਲ ਪਾਥਰ ਕੀ ਕਰਹੀ ਸੇਵ। ਕਹਿੰਦੇ ਬਹੁਤ ਨੇ ਜੋ ਪੱਥਰ ਨੂੰ ਹੀ ਰੱਬ ਮੰਨ ਕੇ ਉਹਦੀ ਸੇਵਾ ਕਰੀ ਜਾ ਰਹੇ ਨੇ। ਪਰ ਇੱਕ ਗੱਲ ਆਖਾਂ, ਭਗਤ ਕਬੀਰ ਸਾਹਿਬ ਜੀ ਫਰਮਾਉਂਦੇ ਨੇ, ਕਰਮ ਕਰਤ ਬੱਧੇ ਹਮੇਵ। ਜਿੰਨੇ ਕਰਮ ਕਾਂਡ ਕਰੇਗਾ ਇਹਨਾਂ ਨਾਲ ਵਧੇਗਾ। ਕੀ ਵਧੇਗਾ? ਅਹਮੇਵ, ਅਹੰਕਾਰ ਦੀ ਬੁੱਧ ਵਧੇਗੀ। ਮੈਂ ਇੰਨਾ ਕੀਤਾ, ਮੈਂ ਆਹ ਕਰ ਰਿਹਾ ਹਾਂ, ਮੈਂ ਇੰਨਾ ਸਮਾਂ ਕੀਤਾ। ਇਹ ਚੀਜ਼ ਜਿਹੜੀ ਹੈ ਹੰਕਾਰ ਹੀ ਵਧਾਏਗੀ। ਇਹਦੇ ਨਾਲ ਹਉਮੈ ਜਿਹੜੀ ਹੈ
ਉਹਨੇ ਢਲਣਾ ਨਹੀਂ, ਉਹਨੇ ਖਤਮ ਨਹੀਂ ਹੋਣਾ। ਹਉਮੈ ਨੇ ਹੋਰ ਸਿਰ ਚੁੱਕ ਲੈਣਾ। ਤੋ ਫਰਮਾਉਂਦੇ ਹਨ, ਕਹੋ ਕਬੀਰ ਭਗਤ ਕਰ ਪਾਇਆ। ਇਹ ਕਬੀਰ ਆਖ, ਭਗਤੀ ਕਰਦਿਆਂ ਹੀ ਉਹਨੂੰ ਪਾਇਆ ਜਾ ਸਕਦਾ ਹੈ। ਭਗਤੀ ਕੀ ਹੈ? ਰੇ ਜਨ ਮਨ ਮਾਧੋ ਸਿਉ ਲਾਈਐ। ਤੇ ਮਨ ਕਿਵੇਂ ਜੋੜਿਆ ਜਾਏਗਾ? ਪਰ ਹਰ ਲੋਭ ਅਰ ਲੋਕਾਚਾਰ, ਪਰ ਹਰ ਕਾਮ ਕ੍ਰੋਧ ਅਹੰਕਾਰ। ਇਹਨਾਂ ਚੀਜ਼ਾਂ ਦੇ ਉੱਤੇ ਮਿਹਨਤ ਕਰ, ਯਤਨ ਕਰ, ਤੇ ਫਿਰ ਮਨ ਜੁੜ ਜਾਏਗਾ। ਮਨ ਜੁੜੇਗਾ, ਫਿਰ ਭਗਤੀ ਹੁੰਦੀ ਰਹੇਗੀ। ਇਸ ਭਗਤੀ ਦੇ ਰਾਹੀਂ ਹੀ ਉਸ ਨੂੰ ਪਾਇਆ ਜਾਣਿਆ ਜਾ ਸਕਦਾ ਹੈ। ਭੋਲੇ ਭਾਏ ਮਿਲੇ ਰਘੁਰਾਇਆ। ਭੋਲੇ ਭਾਅ ਦਾ ਅਰਥ, ਇੱਕ ਤਾਂ ਆਪਾਂ ਸਿੱਧਰੇ ਬੰਦੇ ਨੂੰ ਸਮਾਜ ਵਿੱਚ, ਜਿਹੜਾ ਜਿਹਨੂੰ ਬਹੁਤਾ ਕਿਉਂ ਕਹਿ ਲਓ ਵੀ ਸਮਾਜ ਦੀਆਂ ਜਿਹੜੀਆਂ ਬਣੀਆਂ ਹੁੰਦੀਆਂ ਨੇ, ਆਪਣਾ ਸਟਰਕਚਰ ਬਣਿਆ ਵਰਤੋਂ ਵਿਹਾਰ ਦਾ, ਉਹ ਨਾ ਉਹਦਾ ਆਪਾਂ ਉਹਨੂੰ ਸਿੱਧਰਾ ਕਹਿ ਦਿੰਦੇ। ਵਿਚਾਰਾ ਵੜ ਨਹੀਂ ਲੈਂਦਾ ਗੱਲ ਦਾ ਵੀ ਕਿੱਥੇ ਕੀ ਕਹਿਣਾ ਹੈ, ਕੀ ਨਹੀਂ ਕਹਿਣਾ, ਕੀ ਗੱਲ ਕਰਨੀ, ਕਿੱਥੇ ਬਹਿਣਾ, ਕਿਵੇਂ ਖਾਣਾ। ਉਹ ਆਪਣੀ ਮਰਜ਼ੀ, ਜਿਵੇਂ ਉਹਨੂੰ ਆਪਾਂ ਕਹਿੰਦੇ ਆ ਵੀ ਉਹਨੂੰ ਬਹੁਤਾ ਪਤਾ ਨਹੀਂ ਲੱਗਦਾ। ਇੱਕ ਉਸ ਭਾਵ ਵਿੱਚ ਆਪਾਂ ਨੂੰ ਭੋਲਾ ਸ਼ਬਦ ਜਾਂ ਸਿੱਧਰਾ ਸ਼ਬਦ ਵਰਤਦੇ ਨੇ। ਤੇ ਦੂਜਾ ਜਿਹੜਾ ਹੈ ਭੋਲਾ ਭਾਅ, ਇੱਥੇ ਕਬੀਰ ਸਾਹਿਬ ਜੀ ਉਸ ਭਾਵ 'ਚ ਨਹੀਂ ਵਰਤ ਰਹੇ। ਚਲਾਕੀ ਚਤੁਰਾਈ ਛੱਡ ਦੇਣੀ ਹੀ ਭੋਲਾ ਭਾਅ ਹੈ। ਭੋਲੇ ਭਾਅ ਦਾ ਮਤਲਬ ਹੈ ਚਲਾਕੀ ਚਤੁਰਾਈ ਦਾ ਤਿਆਗ ਕਰਕੇ, ਅੰਦਰੋਂ ਕਪਟ ਛੱਡ ਕੇ, ਬਿਲਕੁਲ ਸਪਸ਼ਟ ਸਾਦੇ ਤੇ ਪਵਿੱਤਰ ਫੁਰਨਿਆਂ ਵਾਲੇ ਬਣ ਕੇ ਜਿਹੜਾ ਜੀਵਨ ਨੂੰ ਭੋਲਾ ਪਾ ਕੇ। ਭੋਲੇ ਭਾਏ ਮਿਲੇ ਰਘੁਰਾਇਆ। ਜਿੱਥੇ ਕਪਟ ਨਹੀਂ ਹੈ, ਜਿੱਥੇ ਚਲਾਕੀ ਨਹੀਂ ਹੈ, ਜਿਸ ਨੂੰ ਇਸ ਜਗ੍ਹਾ ਤੇ ਚਤੁਰਾਈ ਕਿਹਾ ਹੈ, ਚਤੁਰਾਈ ਨਹੀਂ ਹੈ, ਉਹ ਚਤੁਰਾਈ ਦਾ ਤਿਆਗ ਕਰਨਾ ਹੀ ਭੋਲਾ ਪਾ ਹੈ। ਆਪਣੇ ਹੰਕਾਰ ਤੋਂ ਮੁਕਤ ਹੋ ਜਾਣਾ, ਪਰਮੇਸ਼ਰ ਵਾਹਿਗੁਰੂ ਨੂੰ ਸਮਰਪਿਤ ਹੋ ਜਾਣਾ। ਉਹ ਜਿਹੋ ਜਿਹਾ ਮਨੁੱਖ ਅੰਦਰੋਂ ਉਹ ਉਸੇ ਹਿਸਾਬ ਨਾਲ ਬਾਹਰ ਵਰਤਣਾ, ਇਹ ਭੋਲਾ ਪਾ ਹੈ। ਜਿਨ ਪਾਟੇ ਅੰਦਰ ਬਾਹਰ ਗੁਦੜ, ਤੇ ਭਲੇ ਸੰਸਾਰ ਤਿਨ ਨੇ ਲੱਗਾ ਰੱਬ ਸੇਤੀ ਦੇਖਣੇ ਵਿਚਾਰ। ਸਾਹਿਬ ਕਿਰਪਾ ਕਰਨ, ਸ਼ਬਦ ਦਾ ਭਾਵ ਸਾਡੇ ਸਭਨਾਂ ਦੇ ਮਨ ਹਿਰਦਿਆਂ ਵਿੱਚ ਵਸੇ। ਭੁੱਲ ਚੁੱਕ ਦੀ ਖਿਮਾ। ਫਤਿਹ ਸਾਂਝੀ ਕਰੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।